रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਤ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 16 ਮਾਰਚ 2022 ਤੇ ਸਟੂਡੀਓ ਦੀ ਘੜੀ ਤੇ ਟਾਈਮ ਹੋ ਚੁੱਕਿਆ ਹੈ 7:20। ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ 8 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ। परंतु अज सानू प्रोग्राम थोड़ा जिहा छेती शुरू करना पऊगा, थोड़ा जिहा फेर बदल है। सब तो पहला स्वागत करते हैं डॉक्टर पुरेवाल दा। डॉक्टर साहब प्रोग्राम च तुहाडा स्वागत है। गुड मॉर्निंग। गुड मॉर्निंग डॉक्टर साहब। खबरां दा सिलसिला शुरू करते हैं। सब तो पहला आपां गल करते हैं पैंडेमिक दे इंपैक्ट बारे। 2 सालां दे विच बहुत कुछ चेंज होया। साडी जिहड़ी सोशल लाइफ हैगी आ, इकनॉमिक जिहड़ी लाइफ हैगी आ, इसने बहुत सारिया चीज़ों को चेंज करके रख दिता। ते तुसी इस बारे साडे श्रोतियां नूं दसो, जिहड़ी नवीं स्टडी आई आ ओह की कहंदी आ? सब तो पहला तो साडे लई खतरे वाली गल है जिहड़े घट गिणतियां दे खिलाफ खास तौर ते वैनकूवर पुलिस डिपार्टमेंट ने कहा कि 2020 दे विच 717% नस्ली वितकरे दीयां घटनावां जिहड़ियां होईयां उन्हां दा वाधा होया 717% दे विच। ये बहुत वड्डा। ब्लूमबर्ग न्यूज़ ने इन्हां नूं कहा कि वैनकूवर हेट क्राइम दी कैपिटल है नॉर्थ अमेरिका दी। हुण नॉर्थ अमेरिका दे विच US भी आउंदा, असीं भी आउंदे आ। सारी जगह तो जे सब तो वध हेट क्राइम्स हुंदे आ ते इस सिटी दे विच हुंदे आ, इस शहर दे विच हुंदे आ। और इत्थे की कर रहीआं अथॉरिटीज़, ਉਹ इन्हां ने एक कानून पास किया। वो कहंदे कि असीं आंकड़ियां बारे एक कानून पास करन लगे हां। बस आंकड़े दस सकदे, होर नहीं असीं कुछ करना। आंकड़े दसणगे भी जे कोई बंदा किन्नी वारी तुहानूं किसी ने गालां कढियां, किन्नी वारी किसी ने कुट्टिया, ते ਉਹ सानूं आके पुछ लिया करो, उदों बाकी नहीं असीं कुछ करन जोगे। ਇਹ ਹੈਗਾ रेसिज्म दे प्रति ਜਿਹੜਾ प्रतिक्रम ਸਾਡੇ ਪੈਂਡੈਮਿਕ ਦੇ ਦੌਰਾਨ ਵਧਿਆ। ਇੱਕ ਇਸ਼ੂ ਇਹ ਸੀ ਕਿ ਚਾਈਨਾ ਨੂੰ ਖਾਸ ਤੌਰ ਤੇ ਚਾਈਨੀਜ਼ ਲੋਕਾਂ ਨੂੰ ਬਲੇਮ ਕੀਤਾ ਗਿਆ, ਕਿਉਂਕਿ 2 ਥਿਊਰੀਜ਼ ਆ ਨਾ। ਇੱਕ ਤਾਂ ਕਹਿੰਦੇ ਕਿ ਬੈਟ ਨੇ ਤੋਂ ਸ਼ੁਰੂ ਹੋਇਆ ਹੈ ਕਰੋਨਾ ਵਾਇਰਸ, ਦੂਸਰਾ ਅਮਰੀਕਾ ਵਾਲੇ ਕਹਿੰਦੇ ਸੀ ਕਿ ਨਹੀਂ ਇਹ ਕੋਈ ਇਹਨਾਂ ਦੇ ਕੋਲ ਕੋਈ ਲੈਬ ਦੇ ਵਿੱਚ ਐਕਸਪੈਰੀਮੈਂਟ ਚੱਲ ਰਿਹਾ ਸੀ ਉੱਥੇ ਵੂਹਾਨ ਪ੍ਰੋਵਿੰਸ ਦੇ ਵਿੱਚ, ਤੇ ਉੱਥੋਂ ਸ਼ੁਰੂ ਹੋਇਆ ਕਰੋਨਾ ਵਾਇਰਸ। ਹੁਣ ਕੀ ਗੱਲ ਠੀਕ ਹੈ, ਪਰ ਇਹਨਾਂ ਦੇ ਇਹਦੇ ਵਿੱਚ ਚਾਈਨੀਜ਼ ਕੈਨੇਡੀਅਨਸ ਦਾ ਇੱਥੇ ਕੀ ਕਸੂਰ ਆ, ਇਹ ਤਾਂ ਇਹੀ ਦੱਸ ਸਕਦੇ ਆ। ਪਰ ਉਹਨਾਂ ਦੇ ਖਿਲਾਫ ਜਿਹੜਾ ਨਸਲਵਾਦ ਜ਼ਰੂਰ ਵਧਿਆ। ਜਿਵੇਂ ਅੱਜ ਕੱਲ ਯੂਕਰੇਨ ਤੇ ਰੂਸ ਦੀ ਲੜਾਈ ਦੀ ਗੱਲ ਕਰਦੇ ਸੀ ਅਸੀਂ, ਕਿ ਉਹਨਾਂ ਦੇ ਰਸ਼ੀਆ ਦੇ ਲੋਕਾਂ ਦੇ ਖਿਲਾਫ ਨਸਲਵਾਦ ਵਧਿਆ। ਸਾਡੇ ਖਿਲਾਫ ਵੀ ਕੋਈ ਜੇ ਕੱਲ ਨੂੰ ਗੱਲ ਹੋ ਜਾਵੇ, ਫਿਰ ਜਦੋਂ ਉਹੀ ਗੱਲ ਹੋਣੀ ਆ ਕਿ ਜਦੋਂ ਤੁਹਾਡੇ ਘਰ ਦੇ ਮੂਹਰੇ ਕੋਈ ਖੜਾ ਹੋਵੇ, ਫਿਰ ਉਸ ਵੇਲੇ ਹੀ ਤੁਸੀਂ ਗੱਲ ਸੁਣਨੀ ਆ, ਜਾਂ ਦੂਸਰਿਆਂ ਵੱਲ ਦੇਖ ਕੇ ਇਹ ਗੱਲ ਨੋਟਿਸ ਕਰ ਸਕਦੇ ਕਿ ਨਸਲਵਾਦ ਨਹੀਂ ਵਧਣਾ ਚਾਹੀਦਾ। ਇੱਕ ਜ਼ਮਾਨਾ ਹੁੰਦਾ ਸੀ ਇੱਥੇ ਵੈਨਕੂਵਰ ਦੇ ਇਲਾਕੇ ਦੇ ਵਿੱਚ ਐਂਟੀ ਰੇਸਿਸਟ ਆਰਗੇਨਾਈਜੇਸ਼ਨਸ ਜਿਹੜੀਆਂ ਉਹ ਐਕਟਿਵ ਹੁੰਦੀਆਂ ਸੀ। ਹੁਣ ਉਹ ਖਤਮ ਹੋ ਗਿਆ। ਹੁਣ ਐਂਟੀ ਰੇਸਿਸਟ ਆਰਗੇਨਾਈਜੇਸ਼ਨ ਕੋਈ ਨਹੀਂ ਹੈ ਤੇ ਨਾ ਹੀ ਉਹ ਕੰਮ ਕਰਦੀਆਂ। ਤੇ ਹੁਣ ਜਿਨੇ ਸਰਕਾਰ ਨੇ ਇਹ ਕਹਿਤਾ ਕਿ ਅਸੀਂ ਤਾਂ ਸਿਰਫ ਅੰਕੜੇ ਦੱਸਣ ਜੋਗੇ ਹਾਂ। ਉਹਨਾਂ ਨੇ ਲੈਜਿਸਲੇਸ਼ਨ ਪਾਸ ਕਰਤੀ ਹੈ ਕਿ ਅੰਕੜੇ ਦੱਸ, ਜੇ ਤੁਸੀਂ ਪੁੱਛਣਾ ਹੈ ਨਾ ਤੁਹਾਡੇ ਸਿਰ ਕਿੰਨਾ ਵਿਤਕਰਾ ਹੋ ਰਿਹਾ, ਅਸੀਂ ਅੰਕੜੇ ਦੱਸ ਦਿਆ ਕਰਾਂਗੇ ਜਿਹੜੇ ਪੁਲਿਸ ਨੇ ਇਕੱਠੇ ਕੀਤੇ। ਪਰ ਫਿਰ ਜਿਵੇਂ ਵਿਤਕਰੇ ਦੀ ਇੰਨੀਆਂ ਘਟਨਾਵਾਂ ਹੁੰਦੀਆਂ ਨੇ, ਆਪਾਂ ਕਿੰਨੀ ਹਰ ਰੋਜ਼ ਖਬਰਾਂ 'ਚ ਦੇਖਦੇ ਆ, ਉਹਦੀ ਰੋਕਥਾਮ ਕਿਵੇਂ ਹੋਊਗੀ? ਉਹ ਰੋਕਥਾਮ ਇਹ ਹੈ ਵੀ ਰਾਤ ਨੂੰ ਸੌਣ ਲੱਗੇ ਤੁਹਾਨੂੰ ਚੇਤਾ ਹੋਊਗਾ ਕਿ ਅੱਜ ਇੰਨੀਆਂ ਹੋਈਆਂ, ਅੱਜ ਇੰਨੀਆਂ ਹੋਈਆਂ। ਹੋਰ ਕੋਈ ਇਹਨਾਂ ਦੇ ਕੋਲ ਇੱਕ ਜਿਹੜੇ ਜਿਨ੍ਹਾਂ ਦੇ ਖਿਲਾਫ ਹੋ ਰਹੀ ਗੱਲਬਾਤ, ਉਹ ਉਹਨਾਂ ਦੇ ਕੋਈ ਨੁਮਾਇੰਦਗੀ ਨਹੀਂ ਹੋ ਰਹੀ। ਕੋਈ ਬੰਦਾ ਨਹੀਂ ਪੁੱਛ ਰਿਹਾ ਕਿ ਕਿਉਂ ਹੋ ਰਿਹਾ, ਇਹਦੀ ਰੋਕਥਾਮ ਕਿਵੇਂ ਕੀਤੀ ਜਾਵੇ। ਇੰਗਲੈਂਡ ਦੀ ਅਜੇ ਹੀ ਵੈਸੇ ਹੁਣੇ ਰਿਪੋਰਟ ਆਈ ਹੈ ਇੱਕ ਕਿ ਉੱਥੇ ਉਹਨਾਂ ਨੇ ਵਿਤਕਰੇ ਦੀਆਂ ਗੱਲਾਂ ਕਰਦੇ ਆ ਕਿ 100 ਵੱਡੀਆਂ ਕੰਪਨੀਆਂ ਨੂੰ 2016 ਦੇ ਵਿੱਚ ਉਹਨਾਂ ਨੇ ਇੱਕ ਕਾਨੂੰਨ ਬਣਾਇਆ ਸੀ ਕਿ ਇਹਨਾਂ ਨੂੰ ਬੋਰਡ ਆਫ ਡਾਇਰੈਕਟਰ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਆ, ਜਿਹੜੇ ਗੈਰ ਗੋਰੇ ਆ ਉੱਥੇ ਰਹਿੰਦੇ,
ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਤੇ ਅੱਜ ਦੀ ਜਿਹੜੀ ਰਿਪੋਰਟ ਆ ਉਹਨਾਂ ਨੇ ਸਾਰੀਆਂ 100 ਵੱਡੀਆਂ ਕੰਪਨੀਆਂ ਦੇ ਬੋਰਡ ਆਫ ਡਾਇਰੈਕਟਰਸ ਦੀ ਰਿਪੋਰਟ ਦਿੱਤੀ ਹੈ। ਉਹ ਕਹਿੰਦੇ ਇਹਨਾਂ ਦੇ ਵਿੱਚੋਂ ਕਿਸੇ ਨੇ ਇੱਕ ਨੇ ਵੀ ਬੰਦਾ ਨਹੀਂ ਹਾਇਰ ਕੀਤਾ, ਸਿਰਫ ਗੱਲਾਂ ਕੀਤੀਆਂ। ਗੱਲਾਂ ਕੀਤੀਆਂ। ਅੱਛਾ, ਦੂਸਰੀ ਗੱਲ, ਇੱਕ ਯੂਨੀਵਰਸਿਟੀਜ਼ ਦੀ ਗੱਲ ਆ ਗਈ। ਉੱਥੇ ਇੱਕ 575 ਕੈਮਿਸਟਰੀ ਦੇ ਪ੍ਰੋਫੈਸਰਸ ਨੇ ਯੂਕੇ ਦੇ ਵਿੱਚ, ਉਹਨਾਂ ਦੇ ਵਿੱਚੋਂ ਸਿਰਫ ਇੱਕ ਕਾਲਾ ਆ। ਤਾਂ ਉਹਦੀ ਇੰਟਰਵਿਊ ਆਈ ਹੈ, ਉਹ ਕਹਿੰਦਾ ਮੇਰੇ ਪੇਪਰ ਪਬਲਿਸ਼ ਹੋ ਚੁੱਕੇ ਆ ਵੱਡੇ ਵੱਡੇ ਜਰਨਲ ਦੇ ਵਿੱਚ, ਸਭ ਕੁਝ ਹੋ ਚੁੱਕਾ, ਮੈਨੂੰ ਅੱਜ ਤਾਈਂ ਕਿਸੇ ਨੇ ਜਿਹੜੀ ਕੈਮਿਸਟਰੀ ਨੂੰ ਫੰਡਿੰਗ ਦਿੰਦੇ ਆ ਉਹਨਾਂ ਦੇ ਵਿੱਚੋਂ ਕਿਸੇ ਨੇ ਫੰਡਿੰਗ ਨਹੀਂ ਦਿੱਤੀ। ਇੱਕੋ ਹੀ ਬੰਦਾ ਕਾਲਾ ਆ, ਇੱਕੋ ਹੀ ਬੰਦੇ ਨੂੰ ਫੰਡਿੰਗ ਨਹੀਂ ਮਿਲੀ ਕਦੇ। ਤੇ ਫਿਰ ਇੱਕ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਹੈ ਜਿਹੜੀ ਮਨੁੱਖੀ ਅਧਿਕਾਰਾਂ ਦੀ, ਇਨਸਾਨੀਅਤ ਦੇ ਅਧਿਕਾਰਾਂ ਦੀ ਗੱਲ ਕਰਦੇ ਆ। ਉਹ ਕਹਿੰਦੇ ਕਿ ਪੈਂਡੈਮਿਕ ਦੇ ਦੌਰਾਨ ਉਹਨਾਂ ਨੇ ਨੋਟਿਸ ਕੀਤਾ ਕਿ ਉੱਥੇ ਦੀਆਂ ਅਥਾਰਟੀਜ਼, ਉੱਥੇ ਦੀਆਂ ਇਹ ਸਾਰੇ ਯੂਰਪ ਦੀ ਗੱਲ ਕਰਦੇ, ਉਹ ਸਾਰੇ ਯੂਰਪ ਦੀਆਂ ਅਥਾਰਟੀਜ਼, ਹੈਲਥ ਅਥਾਰਟੀਜ਼ ਹੋਣ ਚਾਹੇ ਉਹ ਪੁਲਿਸ ਫੋਰਸਸ ਹੋਣ, ਉਹ ਜਿਹੜੇ ਐਂਟੀ ਪੈਂਡੈਮਿਕ ਪ੍ਰੋਗਰਾਮ ਬਣਾਏ ਸੀ, ਪ੍ਰੋਟੋਕਾਲ ਬਣਾਇਆ ਸੀ ਉਹਨਾਂ ਨੇ, ਅਥਾਰਟੀ ਨੇ, ਸਰਕਾਰਾਂ ਨੇ, ਉਹ ਸਭ ਤੋਂ ਵੱਧ ਬੁਰੇ ਤਰੀਕੇ ਨਾਲ ਜੇ ਲਾਗੂ ਕਰਦੇ ਸੀ, ਕਿਸੇ ਨੂੰ ਕੁੱਟਦੇ ਸੀ, ਮਾਰਦੇ ਸੀ ਜਾਂ ਕਿਸੇ ਨੂੰ ਟਿਕਟਾਂ ਦਿੰਦੇ ਸੀ, ਉਹ ਘੱਟ ਗਿਣਤੀਆਂ ਨੂੰ ਦਿੰਦੇ ਸੀ। ਇਹ ਐਮਨੈਸਟੀ ਇੰਟਰਨੈਸ਼ਨਲ ਦੀ ਜਿਹੜੀ ਇੰਗਲੈਂਡ ਦੇ ਵਿੱਚ ਬੇਸਡ ਹੈ, ਇਹਨਾਂ ਦੀ ਰਿਪੋਰਟ ਹੈ। ਇਹ ਸਾਡੇ ਇੱਥੇ ਵੀ ਇਹੀ ਕੁਝ ਚੱਲ ਰਿਹਾ, ਉਧਰ ਵੀ ਇਹੀ ਕੁਝ ਚੱਲ ਰਿਹਾ, US ਦੇ ਵਿੱਚ ਵੀ ਇਹੀ ਕੁਝ ਚੱਲ ਰਿਹਾ। ਤੇ ਹੋਰ ਇਹਦੇ ਵਿੱਚੋਂ ਹੁਣ ਪੈਂਡੈਮਿਕ ਦੇ ਦੌਰਾਨ ਇਹ ਇੱਕ ਦੇਖੋ 3 ਸਾਲ ਹੋ ਗਏ ਲੋਕਾਂ ਨੂੰ ਅੰਦਰ ਬੈਠਿਆਂ ਨੂੰ, ਇੱਕ ਮਾਨਸਿਕ ਤੌਰ ਤੇ, ਖਾਸ ਤੌਰ ਤੇ ਤੁਸੀਂ ਘੱਟ ਗਿਣਤੀਆਂ ਦੀ ਦੇਖੋਗੇ ਜਿਨ੍ਹਾਂ ਤੇ ਹਮਲੇ ਹੋ ਰਹੇ ਆ, ਉਹਨਾਂ ਦੀ ਮਾਨਸਿਕ ਸਥਿਤੀ ਕੀ ਹੋਊਗੀ। ਮਾਨਸਿਕ ਤੌਰ ਤੇ ਇੱਕ ਬਹੁਤ ਵੱਡਾ ਇੰਪੈਕਟ ਪਿਆ ਲੋਕਾਂ ਤੇ ਕਿ ਉਹ ਬਹੁਤ ਜ਼ਿਆਦਾ ਲੋਕੀ ਡਰੱਗ ਖਾਣ ਲੱਗ ਪਏ। ਇਹ ਵੈਸੇ ਪਹਿਲਾਂ ਵੀ ਸਟੱਡੀਜ਼ ਹੁੰਦੀਆਂ ਸੀ ਕਿ ਜਦੋਂ ਲੋਕੀ ਖੁਸ਼ ਹੋ ਕੇ ਤਾਂ ਕੋਈ ਡਰੱਗ ਤੇ ਲੱਗਦਾ ਨਹੀਂ ਕਿ ਮੈਨੂੰ ਬੜੀ ਖੁਸ਼ੀ ਆ ਤਾਂ ਮੈਂ ਡਰੱਗ ਖਾਣ ਲੱਗ ਪਿਆ। ਲੋਕੀ ਡਿਪਰੈਸ਼ਨ ਦੇ ਵਿੱਚ ਜਾਂਦੇ ਨੇ, ਲੋਕੀ ਖਾਂਦੇ ਨੇ ਕੁਛ ਕਿ ਮੇਰੇ ਸ਼ਾਇਦ ਮਨ ਬਦਲ ਜਵੇ, ਸ਼ਾਇਦ ਕੁਛ ਹੋਰ ਹੋ ਜਵੇ। ਸੋ ਡਰੱਗ ਦੀ ਜਿਹੜੀ ਆ ਡੈਥ ਆ ਉਹ ਵੀ ਜ਼ਿਆਦਾ ਰੇਟ ਹੋ ਗਿਆ ਔਰ ਡਿਪਰੈਸ਼ਨ ਦਾ ਰੇਟ ਵੀ ਜ਼ਿਆਦਾ ਅੱਗੇ ਨਾਲ ਵੱਧ ਗਿਆ। ਸੋ ਇਹ ਉਹ ਸਮਾਂ ਆ ਗਿਆ ਜਦੋਂ ਹੁਣ ਸਾਨੂੰ ਐਰਿਸਟੋਟਲ ਨੇ ਜਿਹੜੀ ਗੱਲ ਕਹੀ ਸੀ ਉਹ ਯਾਦ ਆਉਂਦੀ ਹੈ। ਉਹ ਕਹਿੰਦਾ ਜਿਹੜਾ ਮਨੁੱਖ ਸਮਾਜ ਦੇ ਵਿੱਚ ਨਹੀਂ ਰਹਿੰਦਾ ਜਾਂ ਤਾਂ ਉਹ ਪਸ਼ੂ ਆ ਤੇ ਜਾਂ ਦੇਵਤਾ ਆ, ਤੇ ਨਾ ਅਸੀਂ ਪਸ਼ੂ ਆ ਤੇ ਨਾ ਹੀ ਅਸੀਂ ਦੇਵਤਾ ਆ। ਸਾਡੇ ਲਈ ਤਾਂ ਸਮਾਜ ਬਹੁਤ ਜ਼ਰੂਰੀ ਹੈ ਨਾ ਜੀ। ਹੁਣ ਪਿੰਡਾਂ ਦੇ ਵਿੱਚ ਲੋਕੀ ਇੱਕ ਦੂਜੇ ਨਾਲ ਬੈਠੇ ਗੱਲਾਂ ਕਰਦੇ ਆ, ਜਾ ਕੇ ਦੁਕਾਨਾਂ ਤੇ ਬੈਠੇ ਹੁੰਦੇ ਆ, ਸੱਥਾਂ ਤੇ ਬੈਠੇ ਹੁੰਦੇ ਆ। ਉਹ ਇੱਕ ਮਾਨਸਿਕ ਤੌਰ ਤੇ ਮਾਨਸਿਕ ਰੋਗਾਂ ਤੋਂ ਬਚਣ ਦੀ ਗੱਲ ਹੈ। ਜਿਹੜੇ ਯੂਥ ਜਿਹੜੇ ਹੁਣ ਉੱਥੇ ਡਰੱਗ ਤੇ ਲੱਗੇ ਆ ਉਹ ਇਸੇ ਕਰਕੇ ਹੈ ਕਿ ਉਹਨਾਂ ਦੇ ਕੋਲ ਕੋਈ ਦੋਸਤ ਨਹੀਂ, ਉਹਨਾਂ ਦੇ ਕੋਲ ਕੋਈ ਸਰਕਲ ਹੈ ਨਹੀਂ, ਉਹ ਆਪਣੇ ਆਪ ਦੇ ਵਿੱਚ ਹੀ ਬੈਠੇ ਆ ਔਰ ਪੈਂਡੈਮਿਕ ਦੇ ਵਿੱਚ ਉਹ ਜ਼ਿਆਦਾ ਇਕੱਲੇ ਹੋ ਗਏ। ਇਹ ਜ਼ਿਆਦਾ ਇੰਪੈਕਟ ਪਿਆ ਉਹਨਾਂ ਤੇ ਜੀ। ਔਰ ਇੱਕ ਬਲੈਕ ਅਮਰੀਕਨ, ਅਫਰੀਕਨ ਅਮਰੀਕਨ ਵੈਸੇ ਟਰਮ ਜਿਹੜੀ ਯੂਜ਼ ਕਰਦੇ ਆ, ਉਹ ਮੈਨੂੰ ਇੱਕ ਪ੍ਰੋਫੈਸਰ ਮਿਲਿਆ ਇੱਥੇ ਡਿਟਰੋਇਟ ਦਾ ਸੀ ਵੈਸੇ। ਉਹ ਕਹਿੰਦਾ ਮੈਂ ਸਟੱਡੀ ਕਰਦਾ ਇੱਕ ਗੱਲ ਅਸੀਂ ਹੁਣ ਰਿਵਰਸ ਸੈਂਕਲ ਤੋਂ ਵੀ ਦੇਖਦੇ ਹਾਂ ਨਾ। ਉਹ ਕਹਿੰਦਾ ਸਟੱਡੀ ਕਰ ਰਹੇ ਹਾਂ ਕਿ ਜਿਹੜੇ ਤਾਂ ਗੋਰੇ ਲੈ ਕੇ ਆਏ ਸੀ ਉੱਥੋਂ ਸਲੇਵਸ ਨੂੰ, ਹੁਣ ਇਹਨਾਂ ਦੇ ਮਨ ਦੇ ਵਿੱਚ ਸੁਪੀਰੀਅਰਿਟੀ ਕੰਪਲੈਕਸ ਹੋਣਾ ਕਿ ਮੈਂ ਇਹਨਾਂ ਨਾਲੋਂ ਚੰਗਾ ਆ, ਇਹ ਨੈਚੁਰਲ ਆ। ਹਾਂਜੀ। ਹੁਣ ਕਾਲਿਆਂ ਦੇ ਜਿਹੜੇ ਬੰਦੇ ਗੁਲਾਮ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਇਨਫੀਰੀਅਰਿਟੀ ਕੰਪਲੈਕਸ ਹੋਣਾ ਕਿ ਅਸੀਂ ਵਾਕਿਆ ਹੀ ਮਾੜੇ ਹੋਣੇ ਆ। ਇਹ ਕਹਿੰਦਾ ਮੈਂ ਸਟੱਡੀ ਕਰਨੀ ਚਾਹੁੰਦਾ ਵੀ ਇਹ ਕੀ ਹੋ ਰਿਹਾ। ਕਈ ਤਾਂ ਬੰਦੇ ਸਮਝ ਗਏ ਆ। ਇੱਕ ਬੰਦੇ ਨੇ ਰਾਈਟਰ ਲਿਖਦਾ ਕਿ 3 ਤਰ੍ਹਾਂ ਦੇ ਗੁਲਾਮ ਹੁੰਦੇ ਆ ਨਾ। ਇੱਕ ਗੁਲਾਮ ਤਾਂ ਉਹ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਵੀ ਗੁਲਾਮੀ ਚੱਲ ਰਹੀ ਹੈ, ਕਿ ਉਹ ਇੰਨੇ ਸਬਕੌਂਸ਼ੀਅਸ ਤੌਰ ਤੇ ਵੀ ਗੁਲਾਮ ਹੋ ਗਏ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਗੁਲਾਮ ਹੈ। ਤੇ ਦੂਸਰੇ ਗੁਲਾਮ ਉਹ ਆ ਜਿਨ੍ਹਾਂ ਨੂੰ ਪਤਾ ਆ ਕਿ ਅਸੀਂ ਗੁਲਾਮ ਹੈ ਪਰ ਉਹ ਆਪਣੀ ਗੁਲਾਮੀ ਬਾਰੇ ਕੁਝ ਨਹੀਂ ਕਰਦੇ।
ਇੰਨਾ ਕਹਿ ਲਓ ਜਿੱਦਾਂ BC ਦੀ ਸਰਕਾਰ ਕਹਿੰਦੀ ਵੀ ਅੰਕੜੇ ਦੱਸ ਦੇਂਗੇ ਤੁਹਾਨੂੰ, ਅੰਕੜਿਆਂ ਦਾ ਉਹਨਾਂ ਨੂੰ ਪਤਾ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ, ਪਰ ਅਸੀਂ ਕਰਨਾ ਕੁਛ ਨਹੀਂ। ਤੇ ਤੀਸਰੇ ਗੁਲਾਮ ਉਹ ਆ ਜਿਹੜੇ ਕੌਨਸ਼ੀਅਸ, ਜਿਨ੍ਹਾਂ ਨੂੰ ਪਤਾ ਆ ਕਿ ਅਸੀਂ ਗੁਲਾਮ ਹੈ ਤੇ ਗੁਲਾਮੀ ਦੇ ਖਿਲਾਫ ਲੜਦੇ ਆ। ਉਹ ਹੁਣ ਤੀਸਰੇ ਗੁਲਾਮ ਜਿਹੜੇ ਆ ਅੱਜ ਕੱਲ ਖਤਮ ਹੋਏ ਆ। ਤੁਸੀਂ ਕੋਈ ਡੈਮੋਨਸਟ੍ਰੇਸ਼ਨ ਨਹੀਂ ਦੇਖਦੇ, ਕੋਈ ਗੱਲ ਕਰਦਾ ਨਹੀਂ ਦੇਖਦੇ, ਉਹ ਚੁੱਪ ਕਰਕੇ ਇੱਕ ਸੋਲੂਸ਼ਨ ਲੱਭ ਲਿਆ ਇਹਨਾਂ ਨੇ ਕਿ ਅਸੀਂ ਤੁਹਾਨੂੰ ਅੰਕੜੇ ਦੱਸ ਦੇਂਗੇ, ਅੰਕੜਿਆਂ ਦੀ ਗੱਲ ਕਰ ਲਓ ਸਾਡੇ ਨਾਲ, ਤਾਂ ਉਦਾਂ ਅਸੀਂ ਕੁਝ ਨਹੀਂ ਕਰਨਾ, ਸਾਡੇ ਕੋਲ ਇਹਦਾ ਕੋਈ ਸੋਲੂਸ਼ਨ ਨਹੀਂ ਹੈ। ਸੋ ਇਹ ਇੱਕ ਨੇਟਿਵ ਸਟੂਡੈਂਟ ਹੁੰਦਾ ਸੀ ਨਾਰਥ, ਬਿਲਕੁਲ ਜਿਹੜੀ ਤੁਸੀਂ ਜੇ ਪ੍ਰਿੰਸ ਜਾਰਜ ਤੋਂ ਨਾਰਥ ਨੂੰ ਜਾਂਦੇ, ਵੈਂਡਰਹੂਪ ਸ਼ਹਿਰ ਹੈ, ਉਹਦੇ ਲਾਗੇ ਜਾਂ ਇੱਕ ਰਿਜ਼ਰਵ ਦਾ ਮੁੰਡਾ ਹੁੰਦਾ ਸੀ, ਮੇਰਾ ਸਟੂਡੈਂਟ ਸੀ। ਮੈਂ ਉਹਨੂੰ ਕਿਹਾ, ਮੈਂ ਇੱਕ ਵਾਰੀ ਕਿ ਅਸੀਂ ਹਮੇਸ਼ਾ ਹੀ ਲੜਦੇ ਹੁੰਦੇ ਵੀ ਸਾਡਾ ਬੰਦਾ ਆ ਜਾਵੇ, ਸਾਡੇ ਬੰਦੇ ਆਉਣ, ਸਰਕਾਰ ਦੇ ਵਿੱਚ ਆਉਣ, ਆਹ ਕੰਮ ਕਰਨ, ਪੁਲਿਸ ਦੇ ਵਿੱਚ ਹੋਣ, ਬੋਰਡ ਆਫ ਡਾਇਰੈਕਟਰਸ ਤੇ ਹੋਣ, ਅਸੀਂ ਗੱਲ ਕੀਤੀ ਆ। ਉਹ ਮੈਨੂੰ ਕਹਿੰਦਾ ਤੇ ਤੈਨੂੰ ਕਹਿੰਦਾ ਭੁਲੇਖਾ ਹੀ ਆ, ਸਾਡੇ ਜਿਹੜੇ ਬੰਦੇ ਕਹਿੰਦਾ ਨੇਟਿਵ ਆ, ਜਿਹੜੇ RCMP ਦੀ ਗੱਲ ਕਰਦਾ ਸੀ ਉਹ ਕਹਿੰਦਾ ਜਿਹੜੇ ਉਹਨਾਂ ਦੇ ਵਿੱਚ ਆ, ਇਹ ਕਹਿੰਦਾ ਜ਼ਿਆਦਾ ਵਿਤਕਰਾ ਕਰਦੇ ਸਾਡੇ ਨਾਲ। ਇਹਨਾਂ ਦੇ ਮਨ, ਇਹ ਉਹ ਬੰਦੇ ਆ ਜਿਨ੍ਹਾਂ ਦੇ ਮਨ ਦੇ ਵਿੱਚ ਆ ਗਿਆ ਕਿ ਅਸੀਂ ਘਟੀਆ ਆ, ਅਸੀਂ ਇਨਫੀਰੀਅਰਿਟੀ ਕੰਪਲੈਕਸ ਜਿਹਨੂੰ ਕਹਿੰਦੇ ਹੁੰਦੇ ਆ, ਹਾਂਜੀ, ਤੇ ਉਹ ਇਹਨਾਂ ਦੇ ਕਹਿੰਦਾ ਮਨ ਦੇ ਵਿੱਚ ਆ ਚੁੱਕਾ। ਇਹ ਆਪਣੇ ਗੋਰੇ ਬੌਸਸ ਨੂੰ ਖੁਸ਼ ਕਰਨ ਲਈ ਸਾਨੂੰ ਜ਼ਿਆਦਾ ਤੰਗ ਕਰਦੇ ਆ। ਸਾਡੇ ਜਿਹੜੇ ਲੋਕੀ ਵੀ ਜਿਹੜੇ ਆਪਣੇ ਆਪਣੇ ਅਹੁਦਿਆਂ ਤੇ ਬੈਠੇ ਆ, ਉਹ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਕਿ ਸਭ ਤੋਂ ਵੱਧ ਜੇ ਅਸੀਂ ਵਿਤਕਰਾ ਕਰਨਾ ਤਾਂ ਆਪਣੇ ਲੋਕਾਂ ਨੂੰ ਹੀ ਕਰਨਾ, ਚਾਹੇ ਉਹ ਪੰਜਾਬੀ ਆ, ਚਾਹੇ ਉਹ ਕੋਈ ਬੰਗਾਲੀ ਆ ਜਾਂ ਮਰਾਠੀ ਆ। ਉਹਨਾਂ ਨੇ ਉਹ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਆਪਣੇ ਬੌਸ ਨੂੰ ਕਿ ਅਸੀਂ ਤੁਹਾਡੇ ਲਾਇਲਿਸਟ ਹਾਂ, ਅਸੀਂ ਤੁਹਾਡੇ ਵਫਾਦਾਰ ਹਾਂ, ਪਰ ਆਪਣੇ ਲੋਕਾਂ ਦੇ ਨਾਲ ਕੋਈ ਵਫਾਦਾਰੀ ਨਹੀਂ। ਤਾਂ ਹੀ ਅਸੀਂ ਇੰਨਾ ਚਿਰ ਗੁਲਾਮ, ਇਹ ਵੀ ਗੁਲਾਮੀ ਦਾ ਪ੍ਰਤੀਕ ਹੈ ਨਾ ਜੀ। ਬਿਲਕੁਲ, ਤੁਸੀਂ 150-200 ਸਾਲ ਗੁਲਾਮ ਰਹੇ ਹੋ ਤੇ ਫਿਰ ਉਥੋਂ ਉਸ ਗੁਲਾਮੀ ਦਾ ਪ੍ਰਤੀਕ ਇਹ ਵੀ ਹੁੰਦਾ ਕਿ ਤੁਸੀਂ ਵੈਨਕੂਵਰ ਤੋਂ ਸਰੀ ਆਏ ਤਾਂ ਆਉਂਦਿਆਂ ਨੇ ਨਾਂ ਚੇਂਜ ਕੀਤਾ, ਤੁਸੀਂ ਟੈਰੀ ਹੈਰੀ ਬਣ ਗਏ ਆਉਂਦੇ ਹੀ। ਤੇ ਫਿਰ ਕੋਸ਼ਿਸ਼ ਕਰਨੀ ਹੈ ਕਿ ਸਮਹਾਉ ਵੀ ਅਸੀਂ ਉਹਨਾਂ ਲੋਕਾਂ ਵਰਗੇ ਆ ਜਿਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ ਸੀ, ਤਾਂ ਉਹਨਾਂ ਦੀ ਸਰਵਿਸ ਦੇ ਵਿੱਚ ਆ। ਸੋ ਦੋ ਤਰ੍ਹਾਂ ਦੀ ਵਿਤਕਰਾ ਹੋ ਰਿਹਾ ਨਾ। ਇੱਕ ਤਾਂ ਵਿਤਕਰਾ ਜਿਨ੍ਹਾਂ ਨੇ ਬਸਤੀਵਾਦ, ਜਿਨ੍ਹਾਂ ਨੇ ਕਲੋਨੀਅਲਿਜ਼ਮ ਤੇ ਸਾਡੇ ਤੇ ਰੂਲ ਕੀਤਾ ਹੈ, ਉਹਨਾਂ ਦੇ ਮਨ ਦੇ ਵਿੱਚ ਤਾਂ ਆਉਣਾ ਹੀ ਆਉਣਾ ਹੈ ਕਿ ਅਸੀਂ ਸੁਪੀਰੀਅਰ। ਇੱਕ ਵਿਤਕਰਾ ਉਹਨਾਂ ਦਾ ਜਿਹੜੇ ਬੰਦੇ ਸੋਚਦੇ ਕਿ ਸਾਡਾ ਸੂਤ ਆ ਗਿਆ, ਅਸੀਂ ਇਹਨਾਂ ਦੇ ਪੋਜੀਸ਼ਨ ਬੈਠੇ ਹਾਂ। ਸ਼ਹੀਦ ਭਗਤ ਸਿੰਘ ਤੇ ਸਹੁੰ ਚੁੱਕ ਕੇ ਸਮਾਗਮ ਹੋਇਆ ਉੱਥੇ, ਬਿਲਕੁਲ ਜਿੱਦਾਂ ਉਹ ਸੁਪਰਫਿਸ਼ੀਅਲ ਲੈਵਲ ਤੇ ਉਹਦਾ ਸ਼ਹੀਦ ਭਗਤ ਸਿੰਘ ਦਾ ਨਾਮ ਲਿਆ ਗਿਆ। ਉਹ ਬੰਦੇ ਉਹ ਸੀ ਜਿਹੜੇ ਆਪਣੇ ਜ਼ਮਾਨੇ ਦੇ ਵਿੱਚ ਪੜ੍ਹਿਆ ਲਿਖਿਆ ਬੰਦਾ ਸੀ ਜੀ। ਸ਼ਹੀਦ ਭਗਤ ਸਿੰਘ ਇੱਕ ਐਜੂਕੇਟਡ ਬੰਦਾ ਸੀ ਜੀ ਜੀ। ਸ਼ਹੀਦ ਭਗਤ ਸਿੰਘ ਵੀ ਉਸ ਵੇਲੇ ਦੇ ਜਿਹੜੇ ICS ਅਫਸਰ ਬਣਦੇ ਹੁੰਦੇ ਸੀ, ਉਹਨਾਂ ਦੇ ਬਰਾਬਰ ਬਣ ਸਕਦਾ ਸੀ, ਉਹ ਵੀ DC ਬਣ ਸਕਦਾ ਸੀ, ਪਰ ਉਹਨੇ ਰਾਸਤਾ ਉਹ ਨਹੀਂ ਚੁਣਿਆ। ਉਹਨੇ ਰਾਸਤਾ ਚੁਣਿਆ ਆਪਣੇ ਲੋਕਾਂ ਦੇ ਗਲੋਂ ਗੁਲਾਮੀ ਲਾਉਣ ਦਾ ਜੀ। ਸੋ ਜਿਹੜੇ ਬੰਦੇ ICS ਬਣੇ ਉਸ ਜ਼ਮਾਨੇ ਦੇ, ਅਸੀਂ ਉਹਨਾਂ ਨੂੰ ਵੀ ਪੂਜੀ ਜਾਂਦੇ ਹਾਂ, ਅਸੀਂ ਉਹਨਾਂ ਨੂੰ ਵੀ ਪੂਜੀ ਜਾਂਦੇ ਹਾਂ ਜਿਹੜੇ ਲੋਕੀ ਖਿਲਾਫ ਲੜਦੇ ਰਹੇ ਆ ਬ੍ਰਿਟਿਸ਼ ਰੂਲ ਦੇ। ਤੇ ਇਹਦੇ ਵਿੱਚ ਕੋਈ ਨਾ ਕੋਈ ਤਾਂ ਫਰਕ ਹੋਣਾ ਚਾਹੀਦਾ ਜੀ। ਸੋ ਇਹ ਜਿਹੜੇ ਬੰਦੇ ਇੱਥੇ ਆ ਕੇ ਕੁਝ ਬਣ ਚੁੱਕੇ ਆ, ਉਹਨਾਂ ਨੇ ਇਹ ਨਹੀਂ ਮਨ ਦੇ ਵਿੱਚ ਸੋਚਿਆ ਕਿ ਜੇ ਵਿਤਕਰਾ ਹੋ ਰਿਹਾ ਉਹਦੇ ਖਿਲਾਫ ਲੜਾਈ ਕੀਤੀ ਜਾਵੇ। ਉਹ ਸੋਚਦੇ ਜੇ ਵਿਤਕਰਾ ਹੋ ਰਿਹਾ ਤਾਂ ਦੂਸਰਿਆਂ ਦੇ ਖਿਲਾਫ ਹੁੰਦਾ ਹੋਣਾ, ਮੈਂ ਤਾਂ ਨਾਲ ਬੈਠਾ ਇਹਨਾਂ ਦੇ। ਆਪਣੇ ਆਪ ਨੂੰ ਅਲੱਗ ਕਰਕੇ ਸੋਚਦੇ, ਆਪਣੇ ਆਪ ਨੂੰ ਅਲੱਗ ਕਰ ਲਿਆ ਉਹਨਾਂ ਨੇ। ਸੋ ਇਹ ਕਲਾਸ ਜਿਹੜੀ ਜ਼ਿਆਦਾ ਡੇਂਜਰਸ ਹੈ। ਹਾਂਜੀ ਬਿਲਕੁਲ। ਜਿਹੜੇ ਤਾਂ ਕਰਦੇ ਆ ਉਹ ਤਾਂ ਪਤਾ ਹੀ ਆ ਉਹਨਾਂ ਨੂੰ, ਸਾਨੂੰ ਪਤਾ ਹੈ ਵੀ ਆਹ ਬੰਦੇ ਕਰਦੇ ਆ ਸਾਡੇ ਨਾਲ, ਇਦਾਂ ਕਰਦੇ। ਜਿਹੜੇ ਬੰਦੇ ਤੁਹਾਡੇ ਚੋਂ ਉੱਠ ਕੇ ਜਾ ਕੇ ਉਹਨਾਂ ਨਾਲ ਰਲੇ ਆ ਨਾ, ਹੁਣ ਸ਼ਹੀਦ ਭਗਤ ਸਿੰਘ ਦੇ ਜਿਹੜੇ ਗਲ 'ਚ ਪਾਇਆ ਹੋਣਾ ਰੱਸਾ, ਉਹ ਗੋਰਿਆ ਤਾਂ ਹੈ ਨਹੀਂ ਸੀ, ਉਹ ਸਾਡੇ ਬੰਦਾ ਸੀ। ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਲੋਕਾਂ ਨੂੰ ਮਾਰਿਆ, ਉਦੋਂ ਉੱਥੇ ਬਲੋਚ ਤੇ ਗੋਰਖੇ
ਇਹ ਇੰਡੀਅਨ ਸੋਲਜਰ ਸੀਗੇ, ਕੋਈ ਨਹੀਂ ਇੰਗਲੈਂਡ ਤੋਂ ਆਇਆ ਸੀ। ਇੰਗਲੈਂਡ ਦਾ ਸਿਰਫ ਬ੍ਰਿਗੇਡੀਅਰ ਜਨਰਲ ਸੀ ਉੱਥੇ, ਜਿਹੜਾ ਉਹਨਾਂ ਨੂੰ ਹੁਕਮ ਦਿੰਦਾ ਸੀ। ਤੇ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਉਹ ਬਲੋਚਿਸਤਾਨ ਤੋਂ ਸੀ ਤੇ ਗੋਰਖੇ ਸੀ। ਸਾਡੀਆਂ ਜੁੱਤੀਆਂ ਸਾਡੇ ਹੀ ਸਿਰ। ਸੋ ਇਹ ਜਿਹੜੇ ਮਾਰਨ ਵਾਲੇ ਬਣੇ ਆ ਨਾ, ਵੀ ਉਹਨਾਂ ਨੂੰ ਇੰਦਾ ਲੱਗਦਾ ਕਿ ਚਲੋ ਇਹ 2 ਰੋਟੀਆਂ ਖਾਂਦੇ, ਸਾਨੂੰ ਇੱਕ ਤਾਂ ਦੇਣਗੇ ਵਿੱਚੋਂ। ਇਹ 1 ਰੋਟੀ ਖਾਣ ਵਾਲੇ ਜਿਹੜੇ ਤੂੰ ਜ਼ਿਆਦਾ ਤੰਗ ਕਰਦੇ ਆ, ਇਹ ਉਹਨਾਂ ਦੀ ਗੁਲਾਮੀ ਜਿਹੜੀ ਇਹਨਾਂ ਦੇ ਥਰੂ ਹੋ ਰਹੀ ਆ। ਇਸੇ ਕਰਕੇ ਇਹ ਚੁੱਪ ਬੈਠੇ ਆ, ਇਸੇ ਕਰਕੇ ਇਹ ਬੋਲਦੇ ਨਹੀਂ ਕਿ ਸਾਡਾ ਕਸੂਰ ਤਾਂ ਹੈ, ਅਸੀਂ ਕਾਹਨੂੰ ਬੋਲਣਾ। ਸੈਲਫ ਇੰਟਰਸਟ ਹੈ ਇਹ, ਸਿੱਧਾ ਨੇਕਡ ਸੈਲਫ ਇੰਟਰਸਟ। ਯੈਸ, ਕਿ ਅਸੀਂ ਤਾਂ ਬੋਲੀਏ ਜੇ ਸਾਨੂੰ ਕੋਈ ਪ੍ਰੋਬਲਮ ਹੋਵੇ। ਹਾਂ, ਕਿਸੇ ਦਿਨ ਇਹਨਾਂ ਨੂੰ ਕੁਝ ਕਿਸੇ ਕਹਿਤਾ, ਇਹ ਇਹਦੇ ਬਸ਼ਰਮੇ, ਇਹਨਾਂ ਨੂੰ ਕੋਈ ਪਰਵਾਹ ਕੋਈ ਨਹੀਂ। ਕਿਉਂਕਿ ਫਿਰ ਤੁਸੀਂ ਜਿਵੇਂ ਜ਼ਿਕਰ ਕੀਤਾ, ਗੁਲਾਮ ਹੀ ਇੰਨੇ ਬਣ ਚੁੱਕੇ ਹੈਗੇ ਆ, ਉਹ ਗੁਲਾਮ ਇੰਨੇ ਬਣ ਚੁੱਕੇ ਆ ਕਿ ਜਿਹੜਾ ਬੰਦਾ ਕੋਈ ਖੜਦਾ ਆ ਨਾ, ਉਸ ਬੰਦੇ ਦੇ ਕੋਈ ਨਾ ਕੋਈ ਤਾਂ ਰੂਹ ਨੂੰ ਝੰਜੋੜਾ ਆਉਂਦਾ ਹੀ ਹੋਣਾ। ਹਾਂਜੀ, ਕਿ ਮੈਂ ਆਪਣੀ ਅਣਖ ਲਿਖਣ, ਕਿਉਂਕਿ ਅਣਖ ਵੀ ਇੱਕ ਚੀਜ਼ ਹੈ ਜੀ, ਜ਼ਰੂਰੀ ਨਹੀਂ ਕਿ ਹਰ ਇੱਕ ਇਨਸਾਨ ਦੇ ਕੋਲ ਹੋਵੇ। ਬਹੁਤ ਬੰਦੇ ਆ ਜਿਹੜੇ ਸੋਚਦੇ ਕਿ ਅਣਖ ਕੋਈ ਨਹੀਂ ਹੈ, ਬਸ ਰੋਟੀ ਪਰੌਂਠੇ ਚੰਗੇ ਮਿਲਣੇ ਚਾਹੀਦੇ ਆ, ਉਹ ਚਾਹੇ ਜੇਲ੍ਹ 'ਚ ਮਿਲੀ ਜਾਣ, ਚਾਹੇ ਇੱਥੇ ਮਿਲੀ ਜਾਣ। ਹਾਂ, ਜਿਹੜਾ ਬੰਦਾ ਸੋਚਦਾ ਕਿ ਇੱਕ ਮੈਡੀਟੇਰੀਅਨ ਦਾ ਬੰਦਾ ਸੀ, ਉਹ ਨੈਸ਼ਨਲ ਜਿਹੜੀ ਮੂਵਮੈਂਟ ਉਹਦੀ ਲੀਡਿੰਗ ਕਰਦਾ ਸੀ, ਉਹ ਤੇ ਉਹਨੂੰ ਇੱਕ ਵੱਡੀ ਤਾਕਤ, ਜਦੋਂ ਉਹ ਪਾਵਰ ਦੇ ਵਿੱਚ ਆਏ ਤਾਂ ਵੱਡੀ ਤਾਕਤ ਕਹਿੰਦੀ ਆ ਨਾਲ ਦੇ ਗੁਆਂਢੀ ਮੁਲਕ ਦੀ ਕਿ ਤੁਸੀਂ ਸਾਡੇ ਨਾਲ ਸਮਝੌਤਾ ਕਰਕੇ ਸਾਡਾ ਇੱਥੇ ਬੇਸ ਬਣਾ ਲਓ, ਮਿਲਟਰੀ ਬੇਸ ਤੁਹਾਡੇ ਬਣਾ ਲੈਂਦੇ ਆ, ਤਾਂ ਫਿਰ ਤੁਹਾਨੂੰ ਅਸੀਂ ਇਕਨੋਮਿਕ ਏਡ ਦੇ ਦੇਵਾਂਗੇ। ਉਹ ਕਹਿੰਦਾ ਅਸੀਂ ਭੁੱਖੇ ਮਰ ਕੇ ਘਾਹ ਖਾ ਸਕਦੇ ਹਾਂ, ਪਰ ਤੁਹਾਡੇ ਗੁਲਾਮ ਨਹੀਂ ਬਣਨਾ, ਕਿਉਂਕਿ ਸਾਡੇ ਨਾਲ ਆਹੀ ਕੁਛ ਹੁੰਦਾ ਆ। ਇਹ ਹੈਗੀ ਅਣਖ ਦੀ ਗੱਲ ਜੀ। ਤੇ ਜੇ ਉਹ ਸੋਚਦਾ ਵੀ ਠੀਕ ਹੈ, ਵੀ ਪੈਸੇ 4 ਮਿਲਣੇ ਆ, ਤੇ ਇਹਨਾਂ ਦੀ ਬੇਸ ਵੀ ਰਖਾ ਲੈਣੇ। ਬਹੁਤ ਰਖਾਏ ਆ ਲੋਕਾਂ ਨੇ, ਕਈ ਲੋਕਾਂ ਨੇ ਆਪਣੀ ਜ਼ਮੀਰ ਮਾਰੀ ਹੁੰਦੀ ਆ। ਉਹ ਜ਼ਮੀਰ ਜਿਹੜੀ ਨਹੀਂ ਕੰਮ ਕਰਦੀ, ਉਹ ਜ਼ਿਆਦਾ ਤੰਗ ਕਰਦੀ ਆ ਜੀ। ਸੋ ਵਿਤਕਰਾ ਜਿਹੜਾ ਹੁੰਦਾ ਆ, ਇਹ ਕਈ ਲੈਵਲ ਤੇ ਹੁੰਦਾ। ਹਾਂਜੀ, ਸੋ ਉਸ ਵਿਤਕਰੇ ਨੂੰ ਜਿਹੜਾ ਨੇਟਿਵ ਸਟੂਡੈਂਟ ਮੈਂ ਗੱਲ ਕਰਦਾ, ਉਹ ਕਹਿੰਦਾ ਇਹ ਗੱਲ ਨਹੀਂ ਹੈ ਕਿ ਗੋਰੇ ਸਾਡੇ ਨਾਲ ਇਦਾਂ ਕਰਦੇ ਆ, ਕਹਿੰਦਾ ਸਾਡੇ ਚੋਂ ਜਿਹੜੇ ਬੰਦੇ ਇਹਨਾਂ ਦੇ ਨਾਲ ਜਾ ਰਹੇ ਆ, ਉਹ ਜ਼ਿਆਦਾ ਕਰਦੇ ਆ। ਉਹ ਇਸ ਕਰਕੇ ਉਹ ਕਹਿੰਦਾ ਇਹ ਦਿਖਾਲਣਾ ਚਾਹੁੰਦੇ ਕਿ ਅਸੀਂ ਇਹ ਗੋਰਿਆਂ ਦੀ ਜ਼ਿਆਦਾ ਸੇਵਾ ਕਰਦੇ ਹਾਂ। ਸੋ ਉਹ ਜ਼ਿਆਦਾ ਮਾੜੇ ਲੱਗਦੇ ਸੀ ਮੈਨੂੰ। ਮੈਂ ਇਸ ਗੱਲ ਤੇ ਕਰਦਾ ਸੀ, ਮੈਂ ਕਿਹਾ ਅਸੀਂ ਜਿੱਦਾਂ ਐਡਵੋਕੇਸੀ ਕਰਦੇ ਹੁੰਦੇ ਸੀ ਕਿ ਸਾਡੇ ਬੰਦਿਆਂ ਨੂੰ ਸਰਕਾਰ ਦੇ ਵਿੱਚ ਰੱਖਿਆ ਜਾਵੇ, ਤੇ ਜੇ ਉਹਨਾਂ ਨੇ ਜਾ ਕੇ ਫਿਰ ਰੋਕਣਾ, ਜਿੱਦਾਂ ਇੱਥੇ ਹਿੰਦੁਸਤਾਨੀਆਂ ਦਾ, ਇੱਥੇ ਕੈਨੇਡਾ ਦੇ ਵਿੱਚ ਜਿਹੜੇ ਖਾਸ ਤੌਰ ਤੇ ਇਲੈਕਟਡ ਬੰਦੇ ਆ, ਇਹਨਾਂ ਦਾ ਰੈਕਰਡ ਦੇਖਿਆ ਜਾਵੇ, ਤੁਸੀਂ ਬੰਦੇ ਕੋਈ ਪ੍ਰਮੋਟ ਕਰਵਾਏ ਆ ਜਾਂ ਨਹੀਂ, ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ। ਆਪਣੇ ਰਿਸ਼ਤੇਦਾਰ ਨੂੰ ਹੋ ਸਕਦਾ ਕਰਵਾਇਆ ਹੋਵੇ ਕਿਸੇ ਨੇ, ਪਰ ਕਮਿਊਨਿਟੀ ਦੇ ਵਿੱਚ ਜਿਹੜੇ ਯੋਗਤਾ ਰੱਖਣ ਵਾਲੇ ਬੰਦੇ ਆ, ਉਹਨਾਂ ਨੂੰ ਕਿਤੇ ਪੋਜੀਸ਼ਨ ਮਿਲੀ ਆ, ਕਿਉਂਕਿ ਉਹਨਾਂ ਦੇ ਨਾਲ ਤਾਂ ਵਿਤਕਰਾ ਹੁੰਦਾ ਨਹੀਂ। ਹਾਂ, ਉਹਨਾਂ ਦੇ ਰਾਹ 'ਚ ਰੋੜਾ ਜ਼ਰੂਰ ਬਣੇ ਹੋਣਗੇ, ਉਹਨਾਂ ਨੂੰ ਉਹ ਪੋਜੀਸ਼ਨ ਨਾ ਮਿਲ ਜਵੇ ਆਪਣੀ ਯੋਗਤਾ ਦੇ ਹਿਸਾਬ ਨਾਲ, ਉਹਦੇ ਰਾਹ 'ਚ ਰੋੜਾ ਬਣੇ ਹੋਣੇ ਆ, ਪਰ ਇਹ ਨਹੀਂ ਕਿ ਉਹਦਾ ਰਾਹ ਸਾਫ਼ ਕੀਤਾ ਜਾਵੇ। ਇਹ ਹੈ ਗੁਲਾਮੀ ਦਾ ਪ੍ਰਤੀਕ। ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਇੰਡੀਆ KRPA 1110 AM। ਡਾਕਟਰ ਸਾਹਿਬ, ਰੁੱਖ ਕਰਦੇ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈ ਜੀ ਮੈਕਸੀਕੋ ਦੇ ਨਾਲ। ਅੰਕੜਿਆਂ ਦੇ ਮੁਤਾਬਕ ਬਹੁਤ ਸਾਰੇ ਇਨਕਾਊਂਟਰਸ ਹੁੰਦੇ ਆ, ਦਿਨ ਪ੍ਰਤੀ ਦਿਨ ਵੱਧਦੇ ਜਾ ਰਹੇ ਆ। ਇਸ ਦੇ ਬਾਵਜੂਦ ਮੈਕਸੀਕੋ ਦੇ ਲੋਕਾਂ ਵੱਲੋਂ US ਜਾਣ ਦੀ ਜਿਹੜੀ ਇਹਨਾਂ ਦੀ ਗਿਣਤੀ ਹੈਗੀ ਆ, ਉਹ ਘਟ ਨਹੀਂ ਰਹੀ, ਤੇ US ਵੱਲੋਂ ਵੀ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ। ਇਹ ਸਾਰੀ ਜਿਹੜੀ ਖਬਰ ਹੈਗੀ, ਇਹਦੇ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਜਿਹੜੀ ਇੱਕ ਇਕਨੋਮਿਕ ਕੰਡੀਸ਼ਨ ਦੇ ਦੇਖਦੇ ਆ US ਦੀ ਤਾਂ ਮੈਕਸੀਕੋ ਦੀ, ਤੇ ਇੱਕ ਪਾਸੇ ਤਾਂ ਸਭ ਤੋਂ ਵੱਧ ਅਮੀਰ ਲੋਕੀ ਰਹਿੰਦੇ ਆ, ਦੂਸਰੇ ਪਾਸੇ ਬਿਲਕੁਲ ਗਰੀਬੀ ਦੇ ਵਿੱਚ ਕਈ ਰਹਿ ਰਹੇ। ਸਾਰੇ ਨਹੀਂ, ਮਤਲਬ ਮੈਕਸੀਕੋ ਦੇ ਵਿੱਚ ਉਹ ਵੀ ਲੋਕ ਆ ਜਿਹੜੇ ਐਸ਼ ਆਰਾਮ ਨਾਲ ਰਹਿੰਦੇ ਆ, ਪਰ ਇੱਕ ਵੱਡੀ ਗਿਣਤੀ ਉਹਨਾਂ ਦੀ 130 ਮਿਲੀਅਨ ਲੋਕ ਰਹਿੰਦੇ ਨੇ ਮੈਕਸੀਕੋ ਦੇ ਵਿੱਚ, ਇੱਧਰ 330 ਮਿਲੀਅਨ ਰਹਿੰਦੇ ਨੇ।
ਸੋ ਉਹਨਾਂ ਨੇ ਨੈਚੁਰਲੀ ਇੱਧਰ ਨੂੰ US ਨੂੰ ਆਉਣਾ ਹੈ। ਹੁਣ ਅਸੀਂ ਉੱਥੋਂ ਇੰਨੀ ਦੂਰੋਂ ਸਾਡੇ ਕਈ ਨੌਜਵਾਨ ਆਉਂਦੇ ਨੇ, ਉਹ ਦੱਸਦੇ ਆ ਕਿ ਪਹਿਲਾਂ ਅਸੀਂ ਜੀ ਨੇਪਾਲ ਗਏ, ਨੇਪਾਲ ਤੋਂ ਫਲਾਣੇ ਮੁਲਕ ਗਏ, ਫਲਾਣੇ ਤੋਂ। ਇਹਨਾਂ ਨੇ ਮੈਕਸੀਕੋ ਵਾਲਿਆਂ ਤਾਂ ਨਾਲ ਆ, ਸੋ ਇਹਨਾਂ ਨੂੰ ਤਾਂ ਬਾਰਡਰ ਹੀ ਟੱਪਣ ਦੀ ਲੋੜ ਹੈ ਨਾ ਜੀ। ਉੱਥੋਂ ਆ ਜਾਂਦੇ ਨੇ। ਤੇ ਇਸੇ ਕਰਕੇ ਜਿਹੜੇ ਹਿਸਪੈਨਿਕ ਅਮਰੀਕਨ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧਦੀ ਹੈ। ਇਸ ਵੇਲੇ 16% ਆ ਟੋਟਲ ਆਬਾਦੀ ਦਾ, ਪਰ ਇਹ ਕਿਆਸ ਰਾਈ ਲਾ ਰਹੇ ਆ ਕਿ ਅੱਗੇ ਤੋਂ ਜ਼ਿਆਦਾ ਵਧਣ ਦੇ ਚਾਂਸ ਆ, ਕਿਉਂਕਿ 10 ਮਿਲੀਅਨ ਉੱਥੇ US ਦੇ ਵਿੱਚ 10 ਮਿਲੀਅਨ ਲੋਕ ਉਹ ਆ ਜਿਨ੍ਹਾਂ ਦੇ ਕੋਲ ਕੋਈ ID ਨਹੀਂ, ਕੋਈ ਸੋਸ਼ਲ ਸਿਕਿਉਰਿਟੀ ਨੰਬਰ ਨਹੀਂ, ਕੋਈ ਡਰਾਈਵਰ ਲਾਇਸੈਂਸ ਨਹੀਂ, ਜਿਨ੍ਹਾਂ ਦਾ ਪਤਾ ਹੀ ਨਹੀਂ ਉਹ ਬੰਦੇ ਕੌਣ ਹੈ, ਲੀਗਲ ਸਟੇਟਸ ਹੈ ਨਹੀਂ, ਕੋਈ ਲੀਗਲ ਸਟੇਟਸ ਨਹੀਂ ਉਹਨਾਂ ਦੇ ਕੋਲ। 10 ਮਿਲੀਅਨ ਦਾ ਅੰਦਾਜ਼ਾ ਲਾਉਂਦੇ ਆ, ਪਰ ਹੋ ਸਕਦਾ ਜ਼ਿਆਦਾ ਵੀ ਹੋਣ। ਤਾਂ BC ਦੇ ਵਿੱਚ ਸਾਡੇ ਤੋਂ 51 ਲੱਖ ਲੋਕ ਆ, 5.1 ਮਿਲੀਅਨ। ਤੁਸੀਂ ਇਹ ਸਮਝ ਲਓ ਕਿ 2 BCs ਉੱਥੇ ਇਦਾਂ ਦੀਆਂ ਰਹਿੰਦੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਹੈ ਵੀ ਹੈ ਕੌਣ ਹੈ। ਸੋ ਤੁਸੀਂ ਇੱਕ ਪਾਸੇ ਡੋਨਲਡ ਟਰੰਪ ਨੇ ਕਿਹਾ ਸੀ ਕਿ ਨਹੀਂ, ਇਹ ਮੈਕਸੀਕੋ ਤੇ US ਦੇ ਦੁਆਲੇ ਵਿਚਕਾਰ ਇੱਕ ਵੱਡੀ ਕੰਧ ਖੜੀ ਕਰ ਦਿਓ ਜੀ। ਹਾਂਜੀ। ਤਾਂ ਉਹਦੀ ਆਪੋਜੀਸ਼ਨ ਕਰ ਰਹੇ ਸੀ ਡੈਮੋਕ੍ਰੈਟਿਕ ਪਾਰਟੀ ਵਾਲੇ। ਹਾਂਜੀ। ਕਿਉਂਕਿ ਇਹਨਾਂ ਨੇ ਹਿਸਪੈਨਿਕ ਵੋਟਾਂ ਜ਼ਿਆਦਾ ਲੈਣੀਆਂ, ਔਰ ਹਿਸਪੈਨਿਕ ਵੋਟਾਂ ਜਿਹੜੀਆਂ ਵਰਕਿੰਗ ਕਲਾਸ ਦੀਆਂ ਇਹਨਾਂ ਨੂੰ ਜ਼ਿਆਦਾ ਮਿਲਦੀਆਂ ਵੀ ਆ। ਉਹਨਾਂ ਨੇ ਐਗਜ਼ੈਕਟਿਵ ਆਰਡਰ ਇੱਕ ਪਾਸ ਕੀਤਾ ਸੀ ਤੇ ਇਹ ਕਹਿੰਦੇ ਸੀ ਜੋ ਬਾਈਡਨ ਜਦੋਂ ਸਰਕਾਰ ਸਾਡੀ ਬਣ ਗਈ ਉਸ ਵੇਲੇ ਉਹ ਖਤਮ ਕਰ ਦੇਵਾਂਗੇ, ਜਿਹਨੂੰ T42 ਕਹਿੰਦੇ ਆ। ਹਾਂਜੀ। ਅਜੇ ਤੱਕ ਉਹ ਖਤਮ ਨਹੀਂ ਕੀਤਾ। ਜਿੰਨੇ ਬੰਦੇ ਉੱਥੋਂ ਆਉਂਦੇ ਆ ਉਹ ਡਿਪੋਰਟ ਕੀਤੇ ਜਾਂਦੇ ਆ। ਬਰਾਕ ਓਬਾਮਾ ਇੱਥੇ ਪ੍ਰੈਜ਼ੀਡੈਂਟ ਰਹੇ ਆ, ਉਹਨਾਂ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋ ਇਮੀਗ੍ਰੇਸ਼ਨ ਗਰੁੱਪਸ ਆ ਉਹ ਡੀਪੋਰਟੇਸ਼ਨ ਪ੍ਰੈਜ਼ੀਡੈਂਟ ਸੱਦਦੇ ਉਹਨੂੰ। ਜਿੰਨੀ ਡੀਪੋਰਟੇਸ਼ਨ ਬਰਾਕ ਓਬਾਮਾ ਦੇ ਸਮੇਂ 'ਚ ਹੋਈ ਆ ਉਨੀ ਕਿਸੇ ਪ੍ਰੈਜ਼ੀਡੈਂਟ ਦੇ ਅੰਡਰ ਨਹੀਂ ਹੋਈ। ਔਰ ਇਹ ਉਹ ਬੰਦੇ ਆ ਜਿਹੜੇ ਦੱਸਦੇ ਆ ਕਿ ਅਸੀਂ ਇਹਨਾਂ ਦੇ ਹੱਕ 'ਚ ਆ, ਅਸੀਂ ਬਾਹਰੋਂ ਆਏ ਲੋਕਾਂ ਨੂੰ ਅਸੀਂ ਤਾਂ ਚਾਹ ਪਾਣੀ ਪੁੱਛਦੇ ਆ, ਅਸੀਂ ਵਾਪਸ ਨਹੀਂ ਭੇਜਦੇ, ਅਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਦੇ ਆ। ਇਹ ਉਹਨਾਂ ਪ੍ਰੈਜ਼ੀਡੈਂਟ ਦੀ ਮੈਂ ਗੱਲ ਕਰ ਰਿਹਾ। ਜੋ ਬਾਈਡਨ ਨੇ ਸ਼ਰੇਆਮ ਕਿਹਾ ਸੀ ਕਿ ਅਸੀਂ ਜਿਹੜੇ ਬੰਦੇ ਆਉਂਦੇ ਆ ਹੁਣ ਜਿਹੜੇ ਮੈਕਸੀਕੋ ਜਾਂ ਕੈਨੇਡਾ ਦੇ ਵਿੱਚ US ਤਾਂ ਜਾਂ ਕੈਨੇਡਾ ਦੇ ਵਿੱਚ ਲੋਕੀ ਆਉਂਦੇ ਨੇ, ਅਸੀਂ ਇੱਕ UN ਦੀ ਕਨਵੈਨਸ਼ਨ ਸਾਈਨ ਕੀਤੀ ਹੋਈ ਆ ਜਿਹੜੀ 1946 ਤੋਂ ਸਾਡੇ ਨਾਲ ਹੈ। ਇਹ ਅੰਤਰਰਾਸ਼ਟਰੀ ਤੌਰ ਤੇ ਕਨਵੈਨਸ਼ਨ ਹੈ। ਕਨਵੈਨਸ਼ਨ ਹੈਗੀ ਰਿਫਿਊਜੀਜ਼ ਬਾਰੇ। ਕੋਈ ਵੀ ਬੰਦਾ ਆ ਕੇ ਤੁਹਾਡੇ ਬਾਈ ਲੈਂਡ, ਬਾਈ 에ਅਰ, ਬਾਈ ਸੀ ਕਹਿ ਦੇਵੇ ਕਿ ਮੈਂ ਰਿਫਿਊਜੀ ਹਾਂ, ਤਾਂ ਉਹਨੂੰ ਉਸ ਵੇਲੇ ਇੱਕ ਲੀਗਲ ਪ੍ਰੋਸੈਸ ਹੈ। ਸਾਡਾ ਆਪਣਾ ਹੈ, ਉਹਨਾਂ ਦਾ ਆਪਣਾ ਹੈ US ਦਾ। ਉਹ ਲੀਗਲ ਪ੍ਰੋਸੈਸ ਦੇ ਵਿੱਚ ਐਟ ਦੀ ਐਂਡ ਫਿਰ ਡਿਸਾਈਡ ਕਰਦੇ ਆ ਕਿ ਕੀ ਇਹ ਵਾਕਿਆ ਹੀ ਰਿਫਿਊਜੀ ਆ ਜਾਂ ਨਹੀਂ। ਉਸ ਤੋਂ ਬਾਅਦ ਉਹਨੂੰ ਡਿਪੋਰਟ ਕਰਨਾ ਜਾਂ ਨਹੀਂ ਕਰਨਾ ਉਸ ਅਥਾਰਟੀ ਦਾ ਕੰਮ ਹੈ। ਪਰ ਇਹ ਜਿਹੜਾ ਕੰਮ ਕਰ ਰਹੇ ਆ ਜੋ ਬਾਈਡਨ ਹੋਣੀ ਇਸ ਵੇਲੇ ਪ੍ਰੈਜ਼ੀਡੈਂਟ, ਉਹ ਆਉਂਦੇ ਆ ਉਹਨਾਂ ਨੂੰ ਉਹ ਉੱਥੋਂ ਹੀ ਫੜ ਕੇ ਮੋੜ ਦਿੰਦੇ ਆ। ਉਹਨਾਂ ਨੇ ਚੰਗੀ ਬਾਰਡਰ ਪੁਲਿਸ ਉਸ ਦੀ ਬਹੁਤ ਵਧਾਈ ਹੈ ਇਹਨਾਂ ਨੂੰ। ਹੁਣ ਉਹ ਅੰਦਰ ਆਉਣ ਲੱਗਦੇ ਆ ਉਦੋਂ ਹੀ ਛੱਡ ਆਉਂਦੇ ਆ, ਉਹ ਫੇਰ ਆ ਜਾਂਦੇ ਆ, ਫੇਰ ਛੱਡ ਆਉਂਦੇ ਆ। ਤੇ ਇਹਨਾਂ ਨੂੰ ਜਿਹੜਾ ਪ੍ਰੋਸੈਸ ਹੈ ਇਹਨਾਂ ਦਾ ਆਪਣਾ, ਜਿਹਨਾਂ ਆਪਣਾ ਹੀ ਕਾਨੂੰਨ ਹੈ ਬਣਾਇਆ ਹੈ ਕਿ ਉਹਨਾਂ ਨੂੰ ਇਹ ਹੱਕ ਹੈ ਕਿ ਜਦੋਂ ਆਉਣ ਕੋਈ ਵੀ ਆਵੇ, ਇਹ ਇਕੱਲੇ ਮੈਕਸੀਕੋ ਵਾਲੀ ਗੱਲ ਨਹੀਂ ਹੈ, ਕੋਈ ਵੀ ਕਿਤੋਂ ਵੀ ਆਵੇ ਉਹਨੂੰ ਇੱਕ ਪ੍ਰੋਸੈਸ ਆ ਕਿ ਪ੍ਰੋਸੈਸ ਦੇ ਵਿੱਚ ਉਹਨੂੰ ਫਾਈਂਡ ਕਰੋ ਕਿ ਜੈਨੂਅਨ ਰਿਫਿਊਜੀ ਆ ਜਾਂ ਨਹੀਂ ਰਿਫਿਊਜੀ। ਜੇ ਉਹ ਇਕਨੋਮਿਕ ਕੰਡੀਸ਼ਨ ਦਾ ਕਰਕੇ ਨੱਠ ਰਿਹਾ ਫੇਰ ਰਿਫਿਊਜੀ ਨਹੀਂ ਆ, ਪਰ ਉਹ ਪੋਲੀਟੀਕਲ ਰੀਜ਼ਨ ਆ, ਰਿਲੀਜੀਅਸ ਰੀਜ਼ਨ ਆ, ਪਤਾ ਨਹੀਂ ਕੀ ਕਰਕੇ ਆ ਕੋਈ ਉਹਦੀ ਇੱਕ ਰੈਫਿਊਜੀ ਦੀ ਡੈਫੀਨੇਸ਼ਨ ਵੀ ਦਿੱਤੀ ਹੈ ਵੀ ਇਹਨਾਂ ਕਾਰਨਾਂ ਕਰਕੇ ਉਹ ਇੱਥੇ ਆ ਕੇ ਲੀਗਲ ਸਟੇਟਸ ਲੈ ਸਕਦੇ ਆ। ਹੁਣ ਜੇ ਤੁਸੀਂ ਡਾਕੂਮੈਂਟਸ ਪੜ੍ਹਦੇ ਕਾਂਗਰਸ ਦੇ, ਜਦੋਂ ਇਹਨਾਂ ਨੇ ਨਾਫਟਾ ਸਾਈਨ ਕੀਤਾ ਸੀ, ਨਾਰਥ ਅਮਰੀਕਨ ਫ੍ਰੀ ਟ੍ਰੇਡ ਐਗਰੀਮੈਂਟ, ਉਦੋਂ ਇੱਕ ਗੱਲ ਸਾਹਮਣੇ ਆਉਂਦੀ ਹੈ ਉਹਦੇ ਵਿੱਚ। ਤੁਸੀਂ ਕਾਂਗਰਸ ਦੀਆਂ ਜਿੰਨੀਆਂ ਸਟੱਡੀਜ਼ ਆ, ਜਿੰਨੀਆਂ ਇਹਨਾਂ ਨੇ ਹੀਅਰਿੰਗ ਕੀਤੀਆਂ, ਉਹਦੇ ਵਿੱਚ ਵਾਰ-ਵਾਰ ਇਹ ਲਿਖਿਆ ਕਿ ਜਿੰਨਾ ਚਿਰ ਮੈਕਸੀਕੋ ਡਿਵੈਲਪ ਨਹੀਂ ਹੁੰਦਾ
ਜਿੰਨਾ ਚਿਰ ਉੱਥੇ ਵਿਕਾਸ ਨਹੀਂ ਹੁੰਦਾ ਉਨਾ ਚਿਰ ਉਹਨਾਂ ਲੋਕਾਂ ਨੇ ਇੱਧਰ ਹੀ ਆਉਣਾ। ਇਹ ਬੜੀ ਨੈਚੁਰਲ ਗੱਲ ਹੈ। ਜਿੱਥੇ ਇੱਕ ਪਾਸੇ ਲੋਕੀ ਭੁੱਖੇ ਮਰਦੇ ਹੋਣ, ਇੱਕ ਪਾਸੇ ਉਹਨਾਂ ਦੇ ਕੋਲ ਰੁਜ਼ਗਾਰ ਨਾ ਹੋਵੇ, ਇੱਕ ਪਾਸੇ ਉਹਨਾਂ ਦੇ ਕੋਲ ਕੋਈ ਪ੍ਰੋਸਪੈਕਟ ਨਹੀਂ ਹੈ, ਪਰ ਉਹਨਾਂ ਨੇ ਫਿਰ ਆ ਕੇ ਦੂਸਰੇ ਪਾਸੇ ਦੀਦਾ ਹੈ ਉਹਨਾਂ ਨੂੰ ਵੀ ਕੰਮ ਵੀ ਮਿਲ ਜਾਂਦਾ ਹੈ, ਇੱਥੇ ਸਿਹਤ ਸੇਵਾਵਾਂ ਵੀ ਹੈਗੀਆਂ ਹੈ, ਤੇ ਸਾਡੇ ਬੱਚਿਆਂ ਦਾ, ਬਹੁਤੇ ਬੰਦੇ ਤਾਂ ਇਦਾਂ ਹੀ ਸੋਚਦੇ ਚਲੋ ਬੱਚਿਆਂ ਦਾ ਭਵਿੱਖ ਸੁਧਰ ਜਾਊਗਾ। ਹਾਂਜੀ, ਉਹ ਇਸ ਕਰਕੇ ਯੂਐਸ ਨੂੰ ਨੱਠਦੇ ਆ। ਸੋ ਉਹ ਕਾਂਗਰਸ ਦੀਆਂ ਸਟੱਡੀਜ਼ ਨੇ ਇਹ ਪੁਆਇੰਟ ਕੀਤਾ ਕਿ ਜੇ ਅਸੀਂ ਇਹਨਾਂ ਦੇ ਨਾਲ ਐਗਰੀਮੈਂਟ ਕਰ ਲਈਏ, ਜਿੱਦਾਂ ਨਾਫਟਾ ਕੀਤਾ ਇਹਨਾਂ ਨੇ, ਉਦੋਂ ਪਹਿਲਾਂ ਨਾਫਟਾ ਜਿਹੜੇ ਪਹਿਲਾਂ ਸ਼ੁਰੂ ਕੀਤਾ ਸੀ ਉਹਦੇ 'ਚ ਇਹ ਜ਼ੋਰ ਦਿੱਤਾ ਗਿਆ ਸੀ ਕਿ ਜਿਹੜੀਆਂ ਸਾਡੀਆਂ ਫੈਕਟਰੀਜ਼ ਆ ਇਹਨਾਂ ਨੂੰ ਮੈਕਸੀਕੋ ਲਾ ਲਿਆ ਜਾਵੇ, ਜਿਹਦੇ ਵਿੱਚ ਲਾਈਆਂ ਵੀ ਬਹੁਤ ਲਾਈਆਂ ਬੈਨੀਫਿਟ। ਐਕਚੁਅਲੀ ਮਕੀਲਾ ਡੋਰਾ ਇੱਕ ਏਰੀਆ ਕਹਿੰਦੇ ਆ ਜਿੱਥੇ ਕਿ ਬਹੁਤ ਘੱਟ ਪੈਸੇ ਦਿੰਦੇ ਆ, ਪਰ ਫਿਰ ਵੀ ਉਹਨਾਂ ਨੂੰ ਅਮਰੀਕਾ ਦੇ ਹਿਸਾਬ ਨਾਲ ਤਾਂ ਬਹੁਤ ਘੱਟ ਆ, ਪਰ ਇੱਕ ਮੈਕਸੀਕਨ ਲਈ ਉਹਨੂੰ $2 ਘੰਟੇ ਦੇ ਹੀ ਬਹੁਤ ਹੁੰਦੇ ਆ, $1 ਘੰਟੇ ਦਾ ਬਹੁਤ ਹੁੰਦਾ, ਕਿਉਂਕਿ ਉਹਨੂੰ ਪੈਸੋ ਦੇ ਵਿੱਚ ਜਦੋਂ ਤਬਦੀਲ ਕਰਦੇ ਆ ਤਾਂ ਉਹਨਾਂ ਨੂੰ ਲੱਗਦਾ ਕਿ ਬਹੁਤ ਪੈਸੇ ਆ। ਹਾਂਜੀ, ਸੋ ਉਹਨਾਂ ਦੇ ਵਿੱਚ ਯੂਨੀਅਨ ਨਹੀਂ ਬਣ ਦਿੰਦੇ, ਉਹਨਾਂ ਦੇ ਵਿੱਚ ਜ਼ਿਆਦਾ ਔਰਤਾਂ ਨੂੰ ਕੰਮ ਕਰਾਉਂਦੇ ਆ। ਇਹ ਜਿਹੜੀਆਂ ਇੱਥੋਂ ਯੂਨੀਅਨਸ ਗਈਆਂ ਉਹਨਾਂ ਨੇ ਸਟੱਡੀ ਕੀਤਾ ਕਿ ਸੁਪਰ ਐਕਸਪਲੋਇਟਡ ਜਿਹੜਾ ਮਕੀਲਾ ਡੋਰਾ ਦਾ ਏਰੀਆ ਹੈ, ਪਰ ਅਮਰੀਕਨ ਕੰਪਨੀਜ਼, ਕੈਨੇਡੀਅਨ ਕੰਪਨੀਜ਼ ਹੋਰ ਵੀ ਜਗ੍ਹਾ ਤੇ ਮੈਕਸੀਕੋ ਲਾਈਆਂ ਗਈਆਂ। ਹੁਣ ਪ੍ਰੈਸ਼ਰ ਇਹਨਾਂ ਤੇ ਕੀ ਪੈ ਗਿਆ, ਕੈਨੇਡਾ ਤੇ ਤਾਂ ਅਮਰੀਕਾ ਤੇ ਇੰਟਰਨਲ ਪ੍ਰੈਸ਼ਰ ਹੈ ਵੋਟਾਂ ਦਾ। ਇਹ ਕਹਿੰਦੇ ਕਿ ਤੁਸੀਂ ਜਿਹੜੀਆਂ ਫੈਕਟਰੀਜ਼ ਆ ਉੱਥੇ, ਹੁਣ ਤੁਸੀਂ ਦੇਖ ਲਓ ਜਦੋਂ ਇਲੈਕਸ਼ਨ ਹੁੰਦੀ ਆ, ਪ੍ਰੈਜ਼ੀਡੈਂਟ ਟਰੰਪ ਇਸ ਕਰਕੇ ਇਲੈਕਟ ਹੋਏ ਸੀ, ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਅਮਰੀਕਨ ਜੌਬਸ ਆ ਉਹ ਤਾਂ ਤੁਸੀਂ ਬਾਹਰ ਭੇਜੀ ਜਾਂਦੇ, ਤਾਂ ਜਿਹੜੇ ਅਮਰੀਕਨ ਵਰਕਰਸ ਆ ਇਹਨਾਂ ਨੂੰ ਕਿੱਥੋਂ ਜੌਬ ਮਿਲੂਗੀ। ਜੇ ਇੱਕ ਕੰਪਨੀ ਨੂੰ ਬਾਹਰ ਜਾ ਕੇ ਸਸਤੇ ਵਰਕਰ ਮਿਲਦੇ ਆ, ਉਹ ਕਿਉਂ ਆਪਣਾ ਪਲਾਂਟ ਇੱਥੇ ਲਾਊਗੀ। ਉਹ ਬਾਹਰੋਂ, ਜੇ ਅਸੀਂ ਉਹ ਸਮਾਨ ਉਹਨਾਂ ਦਾ ਇੱਥੇ ਅੰਦਰ ਨਹੀਂ ਆਉਣ ਦਿੰਦੇ, ਫਿਰ ਉਹ ਫੈਕਟਰੀ ਨੂੰ ਫੋਰਸ ਕਰਨਾ ਪੈਣਾ ਕਿ ਸਾਨੂੰ ਇੱਥੇ ਪਲਾਂਟ ਲਾਉਣਾ ਪੈਣਾ। ਇਸ ਕਰਕੇ ਉਹਨਾਂ ਨੇ ਉਹਨਾਂ ਵਸਤਾਂ ਤੇ ਪਾਬੰਦੀ ਲਾਈ ਜਿਨ੍ਹਾਂ ਦੀ ਉਹਨਾਂ ਨੂੰ ਆਸ ਸੀ ਕਿ ਇਹ ਇੱਥੇ ਬਣਾਈਆਂ ਜਾਣ ਤਾਂ ਕਿ ਅਮਰੀਕਨ ਵਰਕਰਸ ਨੂੰ ਹਾਇਰ ਕੀਤਾ ਜਾਵੇ। ਹੁਣ ਇੱਕ ਪਾਸੇ ਤਾਂ ਇਹ ਪ੍ਰੈਸ਼ਰ ਹੈ, ਹਾਂਜੀ, ਦੂਸਰੇ ਪਾਸੇ ਪ੍ਰੈਸ਼ਰ ਇਹ ਹੈ ਕਿ ਇਹਨਾਂ ਨੂੰ ਉੱਥੇ ਕਿੱਦਾਂ ਰੱਖੀਏ, ਅਸੀਂ ਮੈਕਸੀਕੋ ਵਾਲਿਆਂ ਨੂੰ ਮੈਕਸੀਕੋ ਕਿੱਦਾਂ ਰੱਖੀਏ। ਫਿਰ ਜਿਹੜਾ ਇਕੱਲੇ ਮੈਕਸੀਕਨਜ਼ ਨਹੀਂ, ਇਹ ਸੈਂਟਰਲ ਅਮਰੀਕਾ ਨਾਲ ਹੀ ਆ ਉਹਨਾਂ ਦੇ, ਹਿੰਡੂਰਾਸ, ਬਲੀਜ਼, ਗੁਆਟੇਮਾਲਾ, ਨਿਕਰਾਗੁਆ, ਇਹ ਸਾਰੇ ਦੇ ਸਾਰੇ ਨੱਠਦੇ ਆ ਉੱਥੋਂ। ਉਹ ਆ ਕੇ ਫਿਰ ਪਹਿਲਾਂ ਮੈਕਸੀਕੋ ਵੜਦੇ ਆ। ਐਕਚੁਅਲੀ ਤਾਂ ਹੁਣ ਮੈਂ ਪੰਜਾਬ ਗਿਆ ਸੀ, ਉੱਥੇ ਦੇ ਬੰਦਿਆਂ ਨੂੰ ਵੀ ਪਤਾ ਹੈ ਐਕਚੁਅਲੀ ਜਿਹੜੇ ਟਰੈਵਲ ਏਜੰਟ ਹਾਂਜੀ, ਉਹ ਕਹਿੰਦੇ ਕਿ ਮੈਕਸੀਕੋ ਭੇਜ ਦਿੰਦੇ ਅਸੀਂ ਇੱਥੋਂ। ਅੱਛਾ, ਮੈਕਸੀਕੋ ਤੋਂ ਫਿਰ ਆਪਣੇ ਪੰਜਾਬੀ ਮੁੰਡੇ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਯੂਐਸ ਚ ਆਉਂਦੇ ਆ, ਤੇ ਉਹ ਕਾਫੀ ਔਖਾ ਆ ਵੈਸੇ ਕੰਮ, ਕਾਫੀ ਉਹ ਰਿਸਕ ਵਾਲਾ ਵੀ ਕੰਮ ਆ। ਹਾਂਜੀ, ਪਰ ਉਹ ਉੱਥੋਂ ਪੈਸੇ ਲੈਂਦੇ ਆ, ਉਹਨਾਂ ਨੂੰ ਭੇਜ ਦਿੰਦੇ ਆ। ਜਿਹੜੇ ਹੈਗੇ ਆ ਸੈਂਟਰਲ ਅਮਰੀਕਾ ਵਾਲੇ, ਗੁਆਟੇਮਾਲਾ ਦੇ, ਹੰਡੂਰਾਸ ਦੇ, ਬਲੀਜ਼ ਦੇ, ਨਿਕਰਾਗੁਆ ਦੇ ਲੋਕ ਆ, ਉਹਨਾਂ ਨੂੰ ਬਹੁਤਾ ਦੂਰ ਨਹੀਂ, ਉਹ ਤੁਰ ਪੈਂਦੇ, ਉੱਥੋਂ ਤੁਰ ਕੇ ਆ ਜਾਂਦੇ ਤੇ ਮੈਕਸੀਕੋ ਵੜ ਜਾ, ਮੈਕਸੀਕੋ ਦੇ ਵਿੱਚੋਂ ਫਿਰ ਨਾਰਥ ਦੇ ਵਿੱਚ ਆ ਜਾਂਦੇ ਆ। ਉਹਨਾਂ ਨੂੰ ਹੁੰਦਾ ਵੀ ਚੱਲ ਅੱਜ ਨਹੀਂ ਗਏ ਤਾਂ ਅੱਜ ਮੋੜ ਦਿੱਤਾ ਤਾਂ ਕੱਲ ਨੂੰ ਚੱਲ ਜਾਵਾਂਗੇ, ਫਿਰ ਪਰਸੋਂ ਨੂੰ ਚੱਲ ਜਾਵਾਂਗੇ, ਸਾਡਾ ਤਾਂ ਫੁੱਲ ਟਾਈਮ ਇਹ ਜੌਬ ਹੈ। ਕਿਸੇ ਨਾ ਕਿਸੇ ਅੰਦਰ ਜਾ ਹੀ ਸਕਦੇ। ਜੇ ਤੁਸੀਂ ਮੈਕਸੀਕੋ ਤੋਂ ਟਿਵਾਣਾ, ਮੈਂ ਗਿਆ ਸੀ ਇੱਕ ਵਾਰ, ਟਿਵਾਣਾ ਤੋਂ ਤੁਸੀਂ ਕਾਰ ਦੇ ਵਿੱਚ ਆਉਂਦੇ ਆ ਨਾ ਯੂਐਸ ਨੂੰ, ਤਾਂ ਤੁਸੀਂ ਐਕਚੁਅਲੀ ਆਪਣੀ ਕਾਰ ਦੇ ਵਿੱਚ ਬੈਠੇ ਦੇਖ ਸਕਦੇ ਆ ਕਿ ਮੈਕਸੀਕਨ ਤੁਹਾਡੀਆਂ ਕਾਰਾਂ ਦੇ ਨਾਲ ਦੀ ਝੁਕ ਕੇ ਨੀਵੇਂ ਹੋ ਕੇ ਨੱਠਦੇ ਆ। ਉਹਨਾਂ ਦਾ ਕੋਸ਼ਿਸ਼ ਹੁੰਦੀ ਕਿ ਉੱਥੇ ਬਾਰਡਰ ਤੋਂ ਨੱਠ ਜਾਣ, ਤੇ ਕਈ ਤਾਂ ਕਾਮਯਾਬ ਹੋ ਜਾਂਦੇ, ਵੈਸੇ ਕਈ ਨਹੀਂ ਕਾਮਯਾਬ ਹੁੰਦੇ। ਇਹ ਸਿਰਫ ਗੱਲ ਹੈਗੀ ਇਕਨੋਮਿਕਸ ਦੀ, ਗੱਲ ਹੈਗੀ ਆਰਥਿਕਤਾ ਦੀ। ਇੱਕ ਪਾਸੇ ਉਹਨਾਂ ਨੂੰ ਗ੍ਰੀਨ ਦੀ ਦਾ, ਇੱਕ ਪਾਸੇ ਭੁੱਖ ਨੰਗ ਦੀ ਆ, ਪਾਵਰਟੀ ਦੀ। ਸੋ ਇਹਦਾ ਕੋਈ ਸੋਲੂਸ਼ਨ ਨਹੀਂ ਜਿੰਨਾ ਚਿਰ ਮੈਕਸੀਕੋ ਆਪਣੇ ਆਪ ਡਿਵੈਲਪ ਨਾ ਹੋਵੇ। ਜੀ ਬਿਲਕੁਲ। ਇਹ ਇਹਨਾਂ ਦੇ ਨਾਫਟਾ ਇੱਕ ਅਟੈਂਪਟ ਸੀ, ਜਿਹੜੀ ਹਾਲੇ ਵੀ ਹੈਗੀ ਆ ਕਿ ਜੇ ਉੱਥੇ
अपरचुनिटीज़ ਵਧਾਈਆਂ ਜਾਣ, ਉੱਥੇ ਫੈਕਟਰੀਜ਼ ਲਾਈਆਂ ਜਾਣ, ਉਹਨਾਂ ਦੇ ਨਾਲ ਟ੍ਰੇਡ ਕੀਤਾ ਜਾਵੇ, ਜਾਂ ਉਹਨਾਂ ਦੀਆਂ ਵਸਤਾਂ ਇੱਥੇ ਆਉਣ ਜਿਨ੍ਹਾਂ ਤੇ ਕੋਈ ਡਿਊਟੀ ਨਾ ਲੱਗੇ। ਨਾਫਟਾ ਦਾ ਇਹੀ ਮਤਲਬ ਸੀ। ਇੱਕ ਸਿਰਫ ਤੇ ਸਿਰਫ ਜਿੱਦਾਂ ਯੂਰਪੀਅਨ ਯੂਨੀਅਨ ਬਣਾਈ ਆ, ਉਹ ਪਹਿਲੀ ਯੂਨੀਅਨ ਆ ਜਿੱਥੇ ਤੁਸੀਂ ਕਮੋਡਿਟੀਜ਼ ਵੀ ਭੇਜ ਸਕਦੇ ਆ, ਸਰਵਿਸਿਜ਼ ਵੀ ਭੇਜ ਸਕਦੇ ਤੇ ਲੇਬਰ ਵੀ ਭੇਜ ਸਕਦੇ ਆ। ਹੁਣ ਨੈਫਟਾ ਦੇ ਵਿੱਚ ਸਿਰਫ ਤੇ ਸਿਰਫ ਸਰਵਿਸਿਜ਼ ਤੇ ਕਮੋਡਿਟੀਜ਼ ਤੁਸੀਂ ਭੇਜ ਸਕਦੇ ਆ ਬਿਨਾਂ ਟੈਕਸ ਦਿੱਤਿਓ, ਪਰ ਲੇਬਰ ਅਜੇ ਤੱਕ ਨਹੀਂ। ਈਵਨ ਕੈਨੇਡੀਅਨਜ਼ ਅਮਰੀਕਾ ਨਹੀਂ ਜਾ ਸਕਦੇ, ਅਮਰੀਕਨ ਕੈਨੇਡਾ ਨਹੀਂ ਆ ਸਕਦੇ। ਹਾਲਾਂਕਿ ਇਹਨਾਂ ਦਾ ਦੋਹਾਂ ਦਾ ਤਾਂ ਲਿਵਿੰਗ ਸਟੈਂਡਰਡ ਬਰਾਬਰ ਹੀ ਆ। ਹਾਂਜੀ, ਇਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੀ ਜੀ। ਪਰ ਜੇ ਇਹਨਾਂ ਨੇ ਟ੍ਰੇਡ ਇਸ ਤਰ੍ਹਾਂ ਕਰਦੇ ਆ ਕਿ ਸਾਡਾ ਦੋਹਾਂ ਦਾ ਠੀਕ ਇੱਕ ਕਲੌਜ਼ ਹੋਗੀ, ਦੂਸਰਿਆਂ ਦੀ ਦੂਸਰੀ ਹੋਗੀ, ਤੇ ਮੈਕਸੀਕੋ ਨੇ ਉਹ ਤੇ ਸਾਈਨ ਨਹੀਂ ਕਰਨੇ। ਮੈਕਸੀਕੋ ਵਾਲੇ ਵੀ ਤਾਂ ਉਹ ਤੇ ਸਾਈਨ ਕਰਦੇ ਆ ਜੇ ਤਿੰਨੇ ਹੀ ਮੁਲਕਾਂ ਦੇ ਬਰਾਬਰ ਕਲੌਜ਼ਸ ਹੋਣ ਸਾਰੀਆਂ ਚੀਜ਼ਾਂ। ਜੇ ਉਹ ਕੋਈ ਕਮੋਡਿਟੀ ਪ੍ਰੋਡਿਊਸ ਕਰਦੇ ਆ, ਉਹ US ਵਿੱਚ ਵੀ ਵਿਕੂਗੀ ਤੇ ਕੈਨੇਡਾ ਵਿੱਚ ਵੀ ਵਿਕੂਗੀ। ਇਸੇ ਵਾਈਸ ਵਰਸਾ ਹੀ ਹੈ। ਕੈਨੇਡਾ ਦੀ ਜਾਂ US ਨੇ ਜਿਹੜਾ ਪ੍ਰੋਡਿਊਸ ਕੀਤਾ ਹੈ ਉਹ ਮੈਕਸੀਕੋ ਦੇ ਵਿੱਚ ਵਿਕੂਗਾ। ਸਾਨੂੰ ਵੀ ਫਾਇਦਾ ਹੁੰਦਾ ਹੈ। ਹਾਂਜੀ, ਹੁਣ ਤੁਸੀਂ ਦੇਖੋ 130 ਮਿਲੀਅਨ ਲੋਕ ਆ। ਜੇ ਅਸੀਂ ਅਟਲਾਂਟਿਕ ਕੈਨੇਡਾ 'ਚ ਚਿਪਸ ਬਣਾਉਂਦੇ ਆ, ਤੁਸੀਂ ਸਾਵੇਂ ਤਾਂ ਚਿਪਸ ਬਣਾਉਂਦੇ ਆ 37 ਮਿਲੀਅਨ ਬੰਦਿਆਂ ਲਈ ਇੱਥੇ ਕੈਨੇਡਾ ਦੇ ਵਿੱਚ, ਤਾਂ ਉੱਥੇ ਚਿਪਸ ਖਾਣ ਲਈ 130 ਮਿਲੀਅਨ ਮਿੱਥਾ ਹੋਰ। ਤਾਂ ਉਹ ਮਤਲਬ ਬੋਥ ਸਾਈਡਸ ਆ ਗੱਲ। ਜੀ ਜੀ ਬਿਲਕੁਲ। ਉਹਨਾਂ ਨੂੰ ਫਾਇਦਾ, ਜੇ ਉਹਨਾਂ ਨੂੰ ਘਾਟਾ ਪੈਂਦਾ ਉਹਨਾਂ ਨੂੰ ਫਾਇਦਾ ਵੀ ਹੁੰਦਾ। ਹਾਂਜੀ ਹਾਂਜੀ। ਜੇ ਸਾਨੂੰ ਘਾਟਾ ਪੈਂਦਾ ਸਾਨੂੰ ਫਾਇਦਾ ਵੀ ਹੁੰਦਾ। ਸਾਨੂੰ ਜਿਹੜਾ ਇਹ ਅਮਰੀਕਾ ਦੇ ਨਾਲ, ਕਿਉਂਕਿ ਉਹਨਾਂ ਦਾ ਬਾਰਡਰ ਆ, ਜਿਹੜੀ ਉਹ ਮਾਈਗ੍ਰੇਸ਼ਨ ਦੀ ਤਬਦੀਲੀ ਹੁੰਦੀ ਆ, ਉਹਦੇ ਵਿੱਚ ਕੈਨੇਡਾ ਬਚੇ ਆ। ਕਿਉਂਕਿ ਪਹਿਲਾਂ ਤਾਂ ਜੇ ਉਹ ਆਉਂਦੇ ਆ ਤਾਂ ਉਹਨਾਂ ਨੇ ਅਮਰੀਕਾ 'ਚ ਹੀ ਰਹਿਣਾ, ਕਿਉਂਕਿ ਉੱਥੇ ਸਪੈਨਿਸ਼ ਪਾਪੂਲੇਸ਼ਨ ਜ਼ਿਆਦਾ ਆ ਤੇ ਬਹੁਤੇ ਸਪੈਨਿਸ਼ ਲੋਕੀ, ਖਾਸ ਤੌਰ ਤੇ ਤੁਸੀਂ ਜੇ ਕੈਲੀਫੋਰਨੀਆ ਦੇਖਦੇ ਆ ਤਾਂ ਉਹਨਾਂ ਦਾ ਲੇਬਰ ਫੋਰਸ ਜਿਹੜੀ ਖਾਸ ਫਾਰਮਾਂ ਤੇ ਉੱਥੇ ਕੰਮ ਹੀ ਉਹ ਕਰਦੇ ਵਿਚਾਰੇ ਆ ਕੇ। ਜਿਹੜੇ ਉੱਥੇ ਵਾਲੇ ਬੰਦੇ ਅਮਰੀਕਨ, ਜਿੱਦਾਂ ਇੱਥੇ ਵੀ ਅਸੀਂ ਸੋਚਦੇ ਨੇ ਜਿਹੜੀ ਸਖਤ ਲੇਬਰ ਆ, ਇਹ ਕੈਨੇਡੀਅਨ ਨਹੀਂ ਕਰਦੇ। ਜਿਹੜੇ ਕੈਨੇਡਾ ਦੇ ਚਾਹੇ ਇਮੀਗ੍ਰੈਂਟ ਆਏ ਹੋਣ, ਇਹ ਕੋਸ਼ਿਸ਼ ਇਹਨਾਂ ਦੀ ਇਹ ਹੁੰਦੀ ਹੈ ਕਿ ਜਿਹੜੇ ਸਖਤ ਕੰਮ ਕਰਨ ਵਾਲੇ ਆ ਉਹ ਬਾਹਰ ਲਿਆ ਕੇ ਕਰਨ। ਜੀ, ਬਾਹਰਲਿਆਂ ਦੀ ਮਜਬੂਰੀ ਹੁੰਦੀ ਆ। ਉਹਨਾਂ ਦੀ ਤਾਂ ਮਜਬੂਰੀ ਆ। ਅਸੀਂ ਆਏ ਆ, ਅਸੀਂ ਜਿਹੜੇ ਮਰਜ਼ੀ ਕੰਮ ਤੇ ਲਾ ਦੋ, ਇੱਥੇ ਕੰਮ ਲੱਭਦੇ ਫਿਰਦੇ ਆ ਅਸੀਂ। ਹਾਂਜੀ। ਤੇ ਉਹਨਾਂ ਨੇ ਜਿਹੜੇ ਤੁਸੀਂ ਦੇਖਿਓ ਕਿ ਬੰਦੇ 40-42 ਡਿਗਰੀ ਹੁੰਦਾ ਤਾਂ ਵੱਡੀਆਂ ਵੱਡੀਆਂ ਹੈਟਸ ਪਾਈਆਂ ਹੋਣੀਆਂ, ਉਹ ਕੰਮ ਤੇ ਲੱਗੇ ਹੁੰਦੇ ਖੱਤਿਆਂ ਦੇ ਵਿੱਚ। ਬੰਦਾ ਇਹਦਾ ਸੋਚਦਾ ਵੀ ਕਿਹੜੀ ਜਗ੍ਹਾ ਤੋਂ ਤੁਸੀਂ ਮਜ਼ਦੂਰ ਲੈਣ ਦੇ ਜਿਹੜੇ 45 ਡਿਗਰੀ ਤੇ ਲੱਗੇ ਆ। ਫਿਰ ਉਹ ਕਹਿੰਦੇ ਨਹੀਂ, ਇਹਨਾਂ ਤੋਂ ਡਾਕੂਮੈਂਟ ਹੀ ਹੈ ਨਹੀਂ, ਇਹਨਾਂ ਨੂੰ ਜਿਹੜਾ ਬੰਦਾ ਲਿਆਇਆ ਆ ਉਹਨਾਂ ਦਾ ਹੀ ਬੰਦਾ ਕੋਈ ਲਿਆਉਂਦਾ, ਜਿਹੜਾ ਕਿ ਅਮਰੀਕਨ ਸਿਟੀਜ਼ਨ ਹੁੰਦਾ, ਜਿਹਨੂੰ ਕਾਫੀ ਦੇਰ ਉੱਥੇ ਰਹਿੰਦੇ ਨੂੰ ਹੋ ਗਿਆ, ਜਿਹਨੂੰ ਇੰਗਲਿਸ਼ ਬੋਲਣੀ ਆਉਂਦੀ ਹੈ, ਉਹ ਐਕਸਪਲੋਇਟ ਕਰਦਾ ਫਿਰ ਉਹਨਾਂ ਨੂੰ। ਜੇ ਉਹ $10 ਦਿੰਦੇ ਆ ਜਾਂ $8 ਦਿੰਦੇ ਆ ਤਾਂ $1 $2 ਉਹ ਵਿੱਚੋਂ ਰੱਖਦਾ ਉਹਨਾਂ ਨੂੰ। ਤੇ ਉਸ ਕਰਕੇ ਉਹ ਫਾਰਮਰ ਜਿਹੜੇ ਆ ਉਸ ਇਲਾਕੇ ਦੇ, ਜਾਂ ਜਿਹੜੀਆਂ ਫੈਕਟਰੀਜ਼ ਆ, ਇਹ ਤਾਂ ਖੁਸ਼ ਆ। ਇਹ ਜੋ ਬਾਈਡਨ ਤੇ ਉਹਨਾਂ ਨੂੰ ਜੇ ਮਾੜਾ ਜਿਹਾ ਕਿੰਤੂ ਪਰੰਤੂ ਜ਼ਰੂਰ ਹੋਊਗਾ, ਉਹਨਾਂ ਨੂੰ ਨਹੀਂ ਕੋਈ ਪ੍ਰੋਬਲਮ। ਵੈਸੇ ਜੇ ਮੇਰੀ ਫੈਕਟਰੀ ਹੋਵੇ, ਮੈਨੂੰ ਕੋਈ ਚੀਪ ਲੇਬਰ ਉੱਥੋਂ ਮੈਕਸੀਕੋ ਤੋਂ ਆ ਕੇ ਕੰਮ ਕਰਦੀ ਆ, ਔਰ ਕੰਮ ਵੀ ਜ਼ਿਆਦਾ ਘੰਟੇ ਕਰਦੇ ਆ ਔਰ ਪੂਰਾ ਕਰਦੇ, ਉਹ ਘੱਟ ਪੈਸਿਆਂ ਤੇ ਜ਼ਿਆਦਾ ਚਿਰ ਕੰਮ ਕਰਦੇ ਆ, ਔਰ ਕੰਮ ਵੀ ਐ ਜਿੱਦਾਂ ਜੇ ਲੱਗੇ ਆ ਕੰਮ ਤੇ ਤਾਂ ਪੂਰਾ ਕੰਮ ਕਰਕੇ ਹਟਦੇ ਆ। ਫਿਰ ਮੈਨੂੰ ਤਾਂ ਉਹੀ ਵਰਕਰ ਦੀ ਲੋੜ ਆ ਨਾ। ਹਾਂਜੀ। ਜੇ ਮੇਰੇ ਤੋਂ ਫਾਰਮ ਆ, ਜੇ ਇੱਥੇ ਲੋਕਲ ਮੇਰੇ ਲਈ ਕੰਮ ਕਰਨ ਲਈ ਕੋਈ ਤਿਆਰ ਨਹੀਂ ਹੈ ਤਾਂ ਉਹ ਬੰਦੇ ਆ ਕੇ ਮੇਰੇ ਲਈ ਕੰਮ ਕਰਦੇ। ਮੈਂ ਤਾਂ ਇਹੀ ਲੌਬੀ ਕਰੂੰਗਾ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾਵੇ, ਹੋਰ ਬੰਦਿਆਂ ਨੂੰ ਲਿਆਂਦਾ ਜਾਵੇ ਜੀ। ਜਿਹੜੀ ਉੱਥੇ ਦੀ ਬਿਜ਼ਨਸ ਕਮਿਊਨਿਟੀ ਆ, ਜਿਹੜੀ ਉੱਥੇ ਦੀ ਫਾਰਮਿੰਗ ਕਮਿਊਨਿਟੀ ਆ, ਉਹ ਹਮੇਸ਼ਾ ਹੀ ਆਪਣੇ ਕਾਂਗਰਸਮੈਨ ਨੂੰ, ਆਪਣੇ ਸੈਨੇਟਰਸ ਨੂੰ ਇਹੀ ਪ੍ਰੈਜ਼ੈਂਟੇਸ਼ਨ ਦਿੰਦੇ ਆ ਕਿ ਜੇ ਆਉਂਦੇ ਆ ਤਾਂ ਆਉਣ ਦਿਓ। ਪਰ ਹੁਣ ਇਹਨਾਂ ਨੂੰ ਜਿਹੜੇ ਸ਼ਹਿਰਾਂ ਦੇ ਵਿੱਚ ਲੋਕੀ ਵਰਕਰ ਬੈਠੇ ਆ, ਉਹਨਾਂ ਨੂੰ ਲੱਗਦਾ ਕਿ ਉਹ ਆ ਕੇ ਸਾਡੀਆਂ ਜੌਬਸ ਲੈਂਦੇ ਆ, ਉਹ ਆ ਕੇ ਇਹ ਰਿਪਬਲਿਕਨ ਪਾਰਟੀ ਵਾਲੇ, ਕੁਝ ਦੂਸਰੇ ਪਾਰਟੀਆਂ ਵਾਲੇ ਰੌਲਾ ਵੀ ਪਾਉਂਦੇ ਆ ਜੀ, ਉਹ ਕ੍ਰਾਈਮ ਜ਼ਿਆਦਾ ਕਰਦੇ ਆ,
ਉਹ ਆ ਕੇ ਇੱਥੇ ਲੁੱਟਦੇ ਆ, ਫਲਾਣਾ ਕਰਦੇ ਆ, ਆਹ ਕਰਦੇ ਆ। ਇੱਕ ਅੱਧੀ ਐਗਜ਼ਾਮਪਲ ਲੈ ਲੈਂਦੇ ਆ, ਜਿੱਦਾਂ ਕੋਈ ਨੌਜਵਾਨ ਆਇਆ ਹੋਵੇ, ਉਹਨੇ ਕੋਈ ਚੋਰੀ ਕਰ ਲਈ, ਹੁਣ ਉਸ ਬੰਦੇ ਦੀ ਚੋਰੀ ਦੀ ਜ਼ਿਆਦਾ ਹੋਣੀ ਹੈ। ਇਹ ਨਹੀਂ ਦੇਖਣਾ ਕਿ ਐਵਰੇਜ ਜਿੰਨੇ ਨਾਰਥ ਅਮਰੀਕਾ ਦੇ ਵਿੱਚ ਲੋਕ ਰਹਿੰਦੇ ਆ, ਕਦੇ ਇਹ ਦੇਖਦੇ ਆ ਕਿ ਇੱਥੇ ਦੇ ਜੰਮਿਆਂ ਨੂੰ ਦੇਖ ਲਓ ਵੀ ਇਹ ਕਿੰਨੀਆਂ ਚੋਰੀਆਂ ਕਰਦੇ ਆ, ਉੱਥੋਂ ਆਏ ਕਿੰਨੀਆਂ ਚੋਰੀਆਂ ਕਰਦੇ ਆ। ਇਹ ਤਾਂ ਹੁੰਦੀ ਹੈ ਕੰਪੈਰੀਟਿਵ ਐਨਾਲਿਸਿਸ ਕਰਨ ਦੀ ਗੱਲ ਜੀ। ਇਹ ਆਮ ਬੰਦਾ ਥੋੜ੍ਹਾ ਕਰਦਾ ਹੈ। ਇੱਕ ਬੰਦੇ ਨੂੰ ਤੁਸੀਂ ਕਹਿਤਾ ਰੋਡਰੀਗਜ਼ ਫਲਾਣੇ ਹੰਡੂਰਾਸ ਤੋਂ ਆਇਆ ਸੀ, ਇਸ ਬੰਦੇ ਨੇ 7-11 ਰੌਬ ਕਰ ਲਏ। ਅੱਛਾ, ਉਹ ਵੱਡੀ ਨਾ ਖਬਰ ਹੈ। ਹਾਂਜੀ, ਉਹ ਬਾਹਰੋਂ ਆਇਆ ਸੀ, ਉਹ ਤੋਂ ਕੋਈ ਡਾਕੂਮੈਂਟ ਹੈ ਨਹੀਂਗਾ, ਉਹ ਇਲੀਗਲ ਨਹੀਂ ਹੈ। ਇਹ ਕਦੇ ਸੋਚਿਆ ਇਹਨਾਂ ਨੇ ਕਿ ਸਾਡੇ ਜਿਹੜੇ ਜੰਮ ਪੜਿਆ ਕੈਨੇਡਾ ਦੇ, ਅਮਰੀਕਾ ਦੇ, ਇਹ ਵੀ ਤਾਂ ਰੋਬਰੀ ਕਰਦੇ ਹੀ ਆ। ਹਾਂਜੀ, ਇਹ ਵੀ ਤਾਂ ਚੋਰੀ ਕਰਦੇ ਹੀ ਆ, ਪਰ ਇਹਨਾਂ ਦੀ ਖਬਰ ਉਸ ਹਿਸਾਬ ਦੇ ਨਾਲ ਨਹੀਂ ਨਾ ਸਾਹਮਣੇ ਆਉਂਦੀ ਹੈਗੀ। ਨਹੀਂ, ਇਹਨਾਂ ਲਈ ਤਾਂ ਉਹ ਹੋਣੀ ਹੈ ਜਿਹੜੀ ਖਬਰ ਆਉਣੀ ਹੈ। ਇੱਕ ਬੰਦਾ ਸਿਐਟਲ 'ਚ ਫੜਿਆ ਗਿਆ ਰੋਬਰੀ ਕਰਦਾ, ਉਹ ਬੰਦਾ ਆ। ਦੂਜਾ ਬੰਦਾ ਜਿਹੜਾ ਆ, ਇੱਕ ਹੰਡੂਰਨ ਫੜਿਆ ਗਿਆ, ਜਿੱਦਾਂ ਅਸੀਂ ਗੱਲ ਕੱਲ ਕਰਦੇ ਸੀ, ਇੰਡੀਅਨ ਕਮਿਊਨਿਟੀ ਕਰਦੀ ਆ। ਹਾਂਜੀ, ਉਹਦੇ ਤੇ ਟਾਈਟਲ ਆ ਬਾਹਰਲੇ ਬੰਦਿਆਂ ਦਾ। ਜੀ ਜੀ, ਇਹਦੇ ਤੇ ਟਾਈਟਲ ਆ ਅਮਰੀਕਨ। ਇੱਕ ਫੜਿਆ ਗਿਆ, ਕੋਈ ਗੱਲ ਨਹੀਂ। ਜੀ ਬਿਲਕੁਲ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼, ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗਟ ਦੇ ਨਾਲ। ਡਾਕਟਰ ਸਾਹਿਬ, ਤੁਸੀਂ ਕਦੇ ਹੈਂਡਰਾਈਟਿੰਗ ਕਰਕੇ ਕਿਸੇ ਦੀ ਜਾਨ ਨੂੰ ਖਤਰਾ ਦੇਖਿਆ, ਕਿਸੇ ਦੀ ਲਿਖਾਈ ਕਰਕੇ? ਦੇਖੋ, ਜੇ ਹੈਂਡਰਾਈਟਿੰਗ ਦੀ ਗੱਲ ਹੋਵੇ, ਡਾਕਟਰਸ ਜਿੱਦਾਂ ਦੀ ਹੈਂਡਰਾਈਟਿੰਗ ਕਰਦੇ ਉਦਾਂ ਦੀ ਸਾਡੀ ਹੈ ਐਕਚੁਅਲੀ, ਪਰ ਸਾਡੀ ਹੈਂਡਰਾਈਟਿੰਗ ਨਾਲ ਲੋਕਾਂ ਨੂੰ ਖਤਰਾ ਨਹੀਂ ਜੀ, ਕਿਉਂਕਿ ਇੱਕ ਡਾਕਟਰ ਜਿਹੜੀ ਪ੍ਰਿਸਕ੍ਰਿਪਸ਼ਨ ਲਿਖਦੇ ਉਹ ਤੋਂ ਖਤਰਾ ਜ਼ਰੂਰ ਹੈ ਜੀ। ਕਿਉਂਕਿ ਇੱਕ ਹੁਣ ਨਵੀਂ ਰਿਪੋਰਟ ਆਈ ਹੈ ਨਾ, ਉਹਦੇ ਮੁਤਾਬਕ ਕਿ ਡਾਕਟਰਸ ਦੀ ਜਿਹੜੀ ਹੈਂਡਰਾਈਟਿੰਗ ਹੈਗੀ ਆ, ਉਹਦੇ ਕਰਕੇ ਬਹੁਤ ਸਾਰੀਆਂ ਜਿਹੜੇ ਮੌਤਾਂ ਹੋਈਆਂ ਨੇ ਉਹਨਾਂ ਨੂੰ ਬਚਾਇਆ ਜਾ ਸਕਦਾ ਸੀ ਜੀ। ਇਸ ਬਾਰੇ ਆਪਣੇ ਸਰੋਤਿਆਂ ਨੂੰ ਦੱਸੋ। ਦੇਖੋ, ਉਹਨਾਂ ਨੇ ਫੋਕਸ ਕੀਤਾ ਸਿਰਫ ਤੇ ਸਿਰਫ ਉਹਨਾਂ ਦੀ ਹੈਂਡਰਾਈਟਿੰਗ ਤੇ। ਹਾਂਜੀ, ਵੈਸੇ ਹੋਰ ਵੀ ਨੋਟਿਸ ਕੀਤਾ ਉਸ ਸਟੱਡੀ ਦੇ ਵਿੱਚ ਕਿ ਮੈਡੀਕਲ ਐਰਰਸ ਬਹੁਤ ਹੁੰਦੀਆਂ ਨੇ ਜੀ। ਤੇ ਮੈਡੀਕਲ ਐਰਰਸ US ਦੇ ਵਿੱਚ ਇੱਕ ਟ੍ਰਾਇਲ ਲਾਇਰਸ ਜਿਹੜੇ ਆ, ਉਹਨਾਂ ਦਾ ਜਰਨਲ ਆ, ਉਹ ਟ੍ਰਾਇਲ ਲਾਇਰਸ ਦੇ ਜਰਨਲ ਨੇ ਜਿਹੜੇ ਅੰਕੜੇ ਇਕੱਠੇ ਕੀਤੇ ਆ ਕਿ ਡਾਕਟਰਸ ਮੈਡੀਕਲ ਐਰਰਸ ਦੇ ਨਾਲ ਕਿੰਨੇ ਮਾਰਦੇ ਨੇ। ਉਹਨਾਂ ਨੇ ਲਿਖਿਆ ਕਿ 4 ਲੱਖ ਬੰਦਾ ਮਾਰਦੇ ਸਾਲ ਦਾ। ਬਹੁਤ ਵੱਡੀ ਗਿਣਤੀ ਹੈ। ਉਹਨਾਂ ਨੂੰ ਤਾਂ ਪਤਾ ਕਿਉਂਕਿ ਉਹ ਲੜਦੇ ਕੇਸ ਫਿਰ ਉਹਨਾਂ ਦੇ, ਇੰਨੇ ਲੋਕਾਂ ਦੇ ਕੇਸ ਸੀ ਲੜਦੇ। ਹੁਣ ਜਦੋਂ ਤੁਸੀਂ ਇਹ ਅੰਕੜਾ ਦੱਸਿਆ, ਮੈਂ ਤਾਂ ਆਪ ਇੱਕਦਮ ਸ਼ੌਕਡ ਹੋ ਗਈ ਜੀ। ਇਹ ਬੜਾ ਵੱਡਾ ਅੰਕੜਾ ਆ। ਤੁਸੀਂ ਜਿਹੜੀ ਇਹ ਸਿਰਫ ਤੇ ਸਿਰਫ ਹੱਥ ਨਾਲ ਜਿਹੜੀ ਪ੍ਰਿਸਕ੍ਰਿਪਸ਼ਨ ਲਿਖਣ ਨਾਲ ਜਿੰਨੀਆਂ ਮੌਤਾਂ ਹੋਈਆਂ ਕੈਨੇਡਾ ਦੇ ਵਿੱਚ, ਇੱਕ ਸਾਲ ਦੇ ਵਿੱਚ 700 ਬੰਦਾ ਮਰਦਾ ਸਿਰਫ ਹੈਂਡ ਰਾਈਟਿੰਗ ਦਾ ਕਰਕੇ। ਤੁਸੀਂ ਕਹਿੰਦੇ ਵੀ ਜਿਹੜੀ ਸਾਡੇ ਖੁਸ਼ਖਤ ਲਿਖਾਈ ਦੇ 5 ਨੰਬਰ ਮਿਲਦੇ ਹੁੰਦੇ ਸੀ। ਤੇ ਇਹ ਪ੍ਰੋਬਲਮ ਆ ਵੈਸੇ ਵੀ, ਜੇ ਤੁਸੀਂ ਫਾਸਟ ਲਿਖਦੇ ਆ, ਛੇਤੀ ਨੋਟ ਲਿਖਦੇ ਆ। ਪੰਜਾਬੀ 'ਚ ਕਹਿੰਦੇ ਹੁੰਦੇ ਆ, ਲਿਖੇ ਮੂਸਾ ਪੜ੍ਹੇ ਖੁਦਾ। ਹਾਂਜੀ, ਤੇ ਉਹ ਪੜ੍ਹਨ ਵਾਲਾ ਵੀ ਉਹੀ ਹੁੰਦਾ, ਜਿਹੜਾ ਬੰਦਾ ਲਿਖਦਾ ਉਹ ਹੀ ਪੜ੍ਹ ਸਕਦਾ ਹੈ। ਹੁਣ ਬਹੁਤ ਸਾਰੀਆਂ ਮੈਡੀਕੇਸ਼ਨਸ ਆ ਜਿਨ੍ਹਾਂ ਦੇ ਸਪੈਲਿੰਗ ਆਲਮੋਸਟ ਸੇਮ ਆ, ਇੱਕ ਅੱਧੇ ਅਲਫਾਬੈਟ ਦੇ ਫਰਕ ਹੁੰਦਾ, ਥੋੜਾ ਜਿਹਾ ਫਰਕ ਹੁੰਦਾ। ਹਾਂਜੀ, ਤੇ ਉਹ ਜਿਹੜਾ ਫਾਰਮਾਸਿਸਟ ਆ ਉਹ ਦੇਖਦਾ ਹੀ ਨਹੀਂ, ਉਹ ਮਾੜਾ ਜਿਹਾ ਅੰਦਾਜ਼ਾ ਹੀ ਉਹ ਵੀ ਲਾ ਰਿਹਾ ਬੰਦਾ। ਜੇ ਇਹਨਾਂ ਨੇ ਹੁਣ ਜਿਹੜੀ ਰეკਮੈਂਡੇਸ਼ਨ ਦਿੱਤੀ ਆ, ਇਹ ਵੀ ਠੀਕ ਨਹੀਂ, ਮੈਨੂੰ ਠੀਕ ਨਹੀਂ ਲੱਗੀ। ਇਹ ਕਹਿੰਦੇ ਕਿ ਡਾਕਟਰਸ ਨੂੰ ਲਿਖਣਾ ਚਾਹੀਦਾ ਕੈਪੀਟਲ ਲੈਟਰਸ ਦੇ ਵਿੱਚ, ਤਾਂ ਕਿ ਮਿਸਟੇਕਸ ਘੱਟ ਹੋਣ। ਵੈਸੇ ਜੇ ਟਾਈਪ ਹੀ ਕਰ ਦੇਣ ਤਾਂ ਜ਼ਿਆਦਾ ਬੈਟਰ ਹੈ। ਜੇ ਟਾਈਪਿੰਗ ਕਰੇ ਤਾਂ ਫੇਰ ਵਧੀਆ ਹੋ ਸਕਦੀ। ਕਈ ਡਾਕਟਰ ਮੈਂ ਦੇਖੇ ਇੱਥੇ ਜਿਹੜੇ ਟਾਈਪ ਕਰਕੇ ਤੁਹਾਨੂੰ ਪ੍ਰਿਸਕ੍ਰਿਪਸ਼ਨ ਦਿੰਦੇ ਆ, ਤਾਂ ਉਹ ਤੇ ਕੋਈ ਮਿਸਟੇਕ ਨਹੀਂ ਹੋ ਸਕਦੀ। ਹਾਂਜੀ, 2 ਗੱਲਾਂ ਹੋਈਆਂ, ਇੱਕ ਤਾਂ ਤੁਹਾਨੂੰ ਮੈਡੀਕੇਸ਼ਨ ਦਾ ਸਪੈਲਿੰਗ ਠੀਕ ਹੁੰਦੇ ਆ, ਦੂਸਰਾ ਡੋਜ਼। ਜੇ ਜਿੱਦਾਂ 15 ਦਾ ਤਾਂ 35 ਦਾ ਪਤਾ ਨਹੀਂ ਲੱਗੇ, ਤੁਹਾਨੂੰ ਜ਼ਿਆਦਾ ਡੋਜ਼ ਦੇ ਸਕਦੇ ਆ ਜੀ। ਹੁਣ ਉਹਦੇ ਵਿੱਚ ਉਹਨਾਂ ਨੇ ਨਾਲ ਲਿਖਿਆ ਹੁੰਦਾ ਵੀ ਆਹ ਕੋਵਰ ਸੈੱਲ 800 ਫਲਾਨੀ, ਇਹਦੀ 8 mg ਆ, 16 mg ਆ, 24 mg ਆ। ਤੇ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ 70,000 ਬੰਦੇ ਸਫਰ ਕੀਤੇ 1 ਸਾਲ ਦੇ ਵਿੱਚ, ਸਿਰਫ ਤੇ ਸਿਰਫ ਹੈਂਡ ਰਾਈਟਿੰਗ ਤੋਂ। ਡਾਕਟਰ ਜਿਹੜਾ ਲਿਖਦੇ ਨੇ
ਉਹਨਾਂ ਦਾ ਲਿਖਦੇ ਨੇ ਇਹ ਸਿਰਫ ਇਹਨਾਂ ਦੀ ਨਹੀਂ। ਜੇ ਤੁਸੀਂ ਫਾਰਮੇਸੀ ਤੇ ਜਾਂਦੇ ਆ, ਜਦੋਂ ਹਸਪਤਾਲ ਜਾਂਦੇ ਆ, ਹਸਪਤਾਲ ਦੇ ਵਿੱਚ ਵੀ ਡਾਕਟਰ ਲਿਖ ਕੇ ਚੱਲ ਜਾਂਦੇ ਨੇ, ਤੇ ਉਹ ਫਿਰ ਉੱਥੇ ਵੀ ਹਸਪਤਾਲ ਦੇ ਵਿੱਚ ਵੀ ਫਾਰਮਾਸਿਸਟ ਹੁੰਦਾ ਇੱਕ, ਉਹ ਵੀ ਅੰਦਾਜ਼ੇ ਨਾਲ ਪੜ੍ਹ ਕੇ ਦੇ ਦਿੰਦੇ ਆ। ਅੱਛਾ, ਫਿਰ ਉਹਦੇ ਤੋਂ ਅਸੀਂ ਹੋਰ ਵੀ ਅੱਗੇ ਲੈ ਜਾਂਦੇ ਆ। ਨਰਸਾਂ ਜਿਹੜੀਆਂ ਆ, ਉਹਨਾਂ ਨੇ ਤੁਹਾਨੂੰ ਦੇਣੇ ਹੁੰਦੇ ਆ ਡੋਜ਼, 12 ਘੰਟੇ ਕੰਮ ਕਰਦੀਆਂ। ਇਹਨਾਂ ਦੀ 12 ਘੰਟੇ ਦੀ ਸ਼ਿਫਟ ਆ ਇੱਥੇ BC ਦੇ ਵਿੱਚ। ਹੁਣ 12 ਘੰਟੇ ਦੀ ਜਿਹੜੀ ਸ਼ਿਫਟ ਕਰਕੇ ਜਾਂਦੀ ਆ, ਉਹਨੇ ਘਰ ਜਾਣਾ ਆ, ਉਹਨੇ ਕਿਤੇ ਸ਼ਾਇਦ ਘਰ ਵੀ ਕੰਮ ਕਰਨਾ ਹੋਵੇ, ਬੱਚੇ ਆ, ਸਿਰ ਖਾ ਰਹੇ ਉਹਦਾ, ਤੇ ਉਹਨੂੰ ਨੀਂਦ ਆਈ ਕਿ ਨਹੀਂ ਆਈ, ਆ ਕੇ ਮੁੜ ਕੇ ਫੇਰ 12 ਘੰਟੇ ਦੀ ਸ਼ਿਫਟ ਆ। ਕਈ ਵਾਰੀ ਉਹ ਇੱਕੋ ਹੀ ਮਰੀਜ਼ ਲਈ 2 ਵਾਰੀ ਦਵਾਈ ਲੈ ਆਉਂਦੀਆਂ। ਹੁਣ ਜੇ ਆਪ ਕੌਨਸ਼ੀਅਸ ਨਹੀਂ ਨਾ, ਮੈਡੀਕਲ ਦੇ ਵਿੱਚ ਕਮ ਸੇ ਕਮ ਤੁਹਾਨੂੰ ਆਪ ਕੌਨਸ਼ੀਅਸ ਰਹਿਣਾ ਚਾਹੀਦਾ ਜੀ, ਕਿਉਂਕਿ ਤੁਸੀਂ ਖਾ ਰਹੇ ਆ, ਤੁਹਾਡੇ ਅੰਦਰ ਜਾ ਰਹੀ ਹੈ। ਹੁਣ ਇੱਕ ਇੱਥੇ ਬੰਦੇ ਨੇ ਇਹਦੇ ਨਾਲ ਰਿਲੇਟਡ ਇਸ਼ੂ ਆ, ਸਾਰੇ ਕੈਨੇਡਾ ਦਾ ਉਹ ਟੂਰ ਕਰ ਰਿਹਾ ਬੰਦਾ, ਉਹਦੇ ਤੇ ਵੈਸੇ ਪਹਿਲਾਂ ਚਾਰਜ ਲੱਗੇ ਸੀ, ਉਹਨੇ ਮੁੰਡਾ ਮਾਰਤਾ ਸੀ ਆਪਣਾ। ਉਹਦੇ ਮੁੰਡੇ ਨੂੰ ਡਿਸਲੈਕਸੀਆ ਹੋਇਆ ਸੀ, ਤੇ ਉਹਨੂੰ ਆਪ ਡਿਪਰੈਸ਼ਨ ਸੀ। ਉਹਦੇ ਡਿਪਰੈਸ਼ਨ ਦੇ ਕਰਕੇ ਉਹਨੂੰ ਜਿਹੜੀ ਦਵਾਈ ਲਿਖ ਕੇ ਦਿੱਤੀ ਹੈ ਨਾ, ਉਹ ਬੰਦਾ ਸਾਰੇ ਲੋਕਾਂ ਨੂੰ ਇਸੇ ਗੱਲ ਤੇ ਕਰਦਾ। ਸਾਰੇ ਕੈਨੇਡਾ ਦੇ ਵਿੱਚ ਉਹਨੇ ਸੈਮੀਨਾਰ ਦਿੱਤੇ ਆ ਕਿ ਅਸੀਂ ਕਦੇ ਵੀ ਜਿਹੜੇ ਸਾਈਡ ਇਫੈਕਟ ਆ, ਹਰ ਦਵਾਈ ਦੇ ਸਾਈਡ ਇਫੈਕਟ ਆ। ਤੁਸੀਂ ਜਾ ਕੇ ਦੇਖ ਲਓ, ਜਦੋਂ ਇਹ ਤੁਹਾਨੂੰ ਫਾਰਮਾਸਿਸਟ ਦਿੰਦਾ ਨਾ, ਕੋਈ ਵੀ ਦਵਾਈ ਦਿੰਦੇ ਆ, ਉਹ 3-4 ਪੇਜ ਨਾਲ ਹੁੰਦੇ ਆ ਉਹਨਾਂ ਦੇ, ਕਈਆਂ ਦੇ ਤਾਂ ਜ਼ਿਆਦਾ ਹੀ ਹੁੰਦੇ ਆ। ਹਾਂਜੀ, ਉਹ ਤੇ ਲਿਖਣਾ ਦਾ ਤੁਹਾਨੂੰ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ, ਉਹ ਡਿਸਕਲੇਮਰ ਦੀ ਤਰ੍ਹਾਂ ਦਿੱਤਾ ਹੁੰਦਾ ਸਾਰਾ ਕੁਝ। ਉਹ ਤਾਂ ਲੀਗਲੀ ਬਚਣ ਲਈ ਉਹਨਾਂ ਦਿੱਤਾ। ਹਾਂਜੀ ਹਾਂਜੀ, ਪਰ ਉਹ ਹੋ ਵੀ ਸਕਦਾ ਜੀ। ਉਹਨਾਂ ਨੇ ਜਿਹੜੀ ਸਟੱਡੀ ਕੀਤੀ ਆ, ਉਹਨਾਂ ਜਦੋਂ ਦਵਾਈ ਨੂੰ ਤੁਸੀਂ ਪੇਟੈਂਟ ਦਿੱਤਾ ਆ, ਤਾਂ ਉਸ ਵੇਲੇ ਹੈਲਥ ਕੈਨੇਡਾ ਨੂੰ ਦੱਸਿਆ ਹੋਣਾ ਵੀ ਇਹ ਜਿਹੜੀਆਂ ਸਾਈਡ ਇਫੈਕਟਸ ਆ ਇਹਦੇ, ਸਿਰਫ ਤੇ ਸਿਰਫ ਜਿਹੜੀਆਂ ਨੈਚੁਰਲ ਚੀਜ਼ਾਂ ਖਾਣੇ ਉਹਦਾ ਕੋਈ ਨਹੀਂ ਹੈ। ਬਾਕੀ ਜਿਹੜੀ ਕੈਮੀਕਲਸ ਆ, ਕੈਮੀਕਲਸ ਤੋਂ ਬਣਦੀ ਇਹ ਦਵਾਈ, ਉਹਦਾ ਸਾਈਡ ਇਫੈਕਟ ਤਾਂ ਜ਼ਰੂਰ ਹੁੰਦਾ, ਕਈਆਂ ਦਾ ਬਹੁਤ ਜ਼ਿਆਦਾ ਹੁੰਦਾ, ਡਿਪੈਂਡ ਕਰਦਾ ਕਿਸੇ ਦੀ ਬੋਡੀ ਤੇ, ਉਹਨਾਂ ਨੂੰ ਸਾਈਡ ਇਫੈਕਟ ਹੀ ਜ਼ਿਆਦਾ। ਉਸ ਬੰਦੇ ਦੀ ਜਿਹਦੀ ਮੈਂ ਗੱਲ ਕਰਦਾ, ਉਹਨੂੰ ਬੰਦੇ ਨੂੰ ਡਿਪਰੈਸ਼ਨ ਤੋਂ ਕੋਈ ਦਵਾਈ ਦੇ ਰਿਹਾ ਸੀ ਉਹਦਾ ਡਾਕਟਰ, ਜਿਹਦਾ ਕਿ ਸਾਈਡ ਇਫੈਕਟ ਇਹ ਸੀ ਕਿ ਉਹ ਉਦੋਂ ਵੀ ਵਰਸ ਹੋ ਗਿਆ। ਜਿਹੜੇ ਜਿੰਨਾ ਡਿਪਰੈਸ਼ਨ ਸੀ ਉਦੋਂ ਜ਼ਿਆਦਾ ਡਿਪਰੈਸਡ ਹੋ ਗਿਆ, ਵੱਧ ਗਿਆ ਉਹ। ਤੇ ਉਹ ਕਹਿੰਦਾ ਵੀ ਮੇਰੇ ਦਿਮਾਗ ਦੇ ਵਿੱਚ ਆ ਗਈ ਕਿ ਮੁੰਡਾ ਠੀਕ ਨਹੀਂ ਹੋਣਾ, ਤੇ ਇਹ ਸਫਰ ਕਰ ਰਿਹਾ। ਉਹਨੇ ਆਪਣਾ ਮੁੰਡਾ ਮਾਰ ਦਿੱਤਾ, ਡਿਪਰੈਸ ਹੋਏ ਨੇ। ਫਿਰ ਉਹਦਾ ਟਰਾਇਲ ਹੋਇਆ। ਟਰਾਇਲ ਦੇ ਵਿੱਚ ਫਿਰ ਜਿਹੜੇ ਮੈਡੀਕਲ ਐਕਸਪਰਟਸ ਜਿਹੜੇ ਸਟੱਡੀ ਕਰਦੇ ਆ, ਉਹਨਾਂ ਨੇ ਦੱਸਿਆ ਕਿ ਇਸ ਦਵਾਈ ਦਾ, ਜਿਹੜੀਆਂ ਦਵਾਈਆਂ ਇਹ ਖਾਂਦੇ ਸੀ, ਉਹਦੇ ਨਾਲ ਇਹਦਾ ਡਿਪਰੈਸ਼ਨ ਹੋਰ ਵੀ ਵਰਸਟ ਹੋਇਆ, ਖਰਾਬ ਹੋ ਗਿਆ। ਉਦੋਂ ਵੀ ਮਤਲਬ ਠੀਕ ਕਰਨ ਲਈ ਖਾ ਰਿਹਾ ਬੰਦਾ ਦਵਾਈ, ਹਾਂਜੀ, ਤਾਂ ਹੋਇਆ ਉਲਟਾ ਅਸਰ। ਉਹ ਕਹਿੰਦਾ ਵੀ ਅਸੀਂ ਇਹ ਜਿੰਨੇ ਵੀ ਲੋਕੀ ਆ, ਕਦੇ ਅਸੀਂ ਇਹ ਨਹੀਂ ਪੜ੍ਹਦੇ ਕਿ ਇਹਦਾ ਸਾਈਡ ਇਫੈਕਟ ਕੀ ਆ। ਸੋ ਸਾਈਡ ਇਫੈਕਟ ਸਿਰਫ ਤੇ ਸਿਰਫ ਉਹਦਾ ਇਹੀ ਮੈਸੇਜ ਸੀ ਕਿ ਹਰ ਦਵਾਈ ਦਾ ਸਾਈਡ ਇਫੈਕਟ ਪੜ੍ਹਿਆ ਜ਼ਰੂਰ ਕਰੋ ਜੀ। ਇੱਕ ਇੰਟਰਸਟਿੰਗ ਗੱਲ ਸੀਗੀ, ਉਦੋਂ ਹੀ ਇੱਕ ਗਲੋਬਲ ਮੇਲ ਨੇ UofT ਦੇ, ਯੂਨੀਵਰਸਿਟੀ ਆਫ ਟੋਰਾਂਟੋ ਦੇ ਮੈਡੀਕਲ ਸਾਇੰਸਿਸ ਦੇ ਪ੍ਰੋਫੈਸਰ ਨੂੰ ਇੰਟਰਵਿਊ ਕੀਤਾ। ਉਹ ਕਹਿੰਦਾ ਹੈਰਾਨੀ ਦੀ ਗੱਲ ਆ, ਤੁਹਾਨੂੰ ਹੈਰਾਨੀ ਦੀ ਗੱਲ ਲੱਗਣੀ ਆ, ਕਿ ਕਹਿੰਦਾ ਡਾਕਟਰਾਂ ਨੂੰ ਨਹੀਂ ਪਤਾ ਹੁੰਦਾ ਵੀ ਸਾਈਡ ਇਫੈਕਟ ਕੀ ਹੈ। ਐਕਸਪੈਰੀਮੈਂਟ ਹੀ ਕਰਦੇ ਆ ਡਾਕਟਰ ਜਿਹੜੇ। ਜਦੋਂ ਤੁਸੀਂ ਡਾਕਟਰ ਦੇ ਕੋਲ ਜਾਂਦੇ ਆ, ਹਾਂਜੀ, ਪਹਿਲੀ ਗੱਲ ਤਾਂ ਇਹ ਤੁਸੀਂ ਦੇਖੋ ਕਿ ਕੀ ਸੁਣਦਾ ਵੀ ਮੇਰੀ ਗੱਲ, ਉਦਾਂ ਹੀ ਲਿਖੀ ਜਾਂਦਾ ਹੈ। ਕਿਉਂਕਿ ਕਾਹਲੀ ਉਹਨਾਂ ਨੂੰ ਇਹ ਹੁੰਦੀ ਹੈ ਵੀ ਬੰਦਾ ਆਇਆ ਥੋੜ੍ਹੇ 2 ਮਿੰਟਾਂ 'ਚ ਇਹਨੂੰ ਬਾਹਰ ਕੱਢਣਾ ਇੱਥੋਂ, ਉਹ ਉਦੋਂ ਹੀ ਲਿਖਣ ਲੱਗ ਪੈਂਦੇ ਆ ਦਵਾਈ, ਜਦੋਂ ਤੁਸੀਂ ਗੱਲ ਦੱਸ ਰਹੇ ਹੁੰਦੇ ਆ। ਇਹਦਾ ਮਤਲਬ ਉਹਨਾਂ ਤੋਂ ਧਿਆਨ ਨਾਲ ਸੁਣਨ ਨੂੰ ਵੀ ਟਾਈਮ ਹੈ ਨਹੀਂ, ਪੂਰੀ ਗੱਲ ਸੁਣੇ ਤੋਂ ਬਿਨਾਂ ਤੁਹਾਨੂੰ ਦਵਾਈ ਲਿਖ ਦਿੰਦੇ ਆ। ਤਾਂ ਉਹ ਦੂਸਰੀ ਗੱਲ ਇਹ ਆ ਵੀ ਜਿਹੜੀ ਦਵਾਈ ਉਹਨਾਂ ਨੂੰ ਲਿਖ ਕੇ ਦਿੰਦੇ ਆ, ਇਹ ਫਾਰਮਾਸਿਊਟੀਕਲ ਇੰਡਸਟਰੀ ਦੇ ਰੈਪਰੈਜ਼ੈਂਟੇਟਿਵ ਆ ਕੇ ਉਹਨਾਂ ਨੂੰ ਵੇਚਦੇ ਆ, ਜਿਹੜੇ ਉਹ ਦੱਸ ਕੇ ਜਾਂਦੇ ਆ।
ਉਹਨਾਂ ਨੂੰ ਦੱਸਦੇ ਕਿ ਇਸ ਚੀਜ਼ ਦੀ ਆਹ ਦਵਾਈ ਹੈ, ਇਸ ਚੀਜ਼ ਦੀ ਸਾਡੀ ਕੰਪਨੀ ਨੇ ਆਹ ਬਣਾਤੀ, ਸਾਡੀ ਕੰਪਨੀ ਨੇ ਆਹ ਬਣਾਤੀ, ਉਹਨਾਂ ਨੂੰ ਉਹ ਕੈਟਲੌਗ ਦੇ ਦਿੰਦੇ। ਨਾਲ ਫਿਰ ਵੀ ਦੱਸ ਦਿੰਦੇ ਹੋਣੇ ਆ ਵੀ ਇਟਲੀ ਦੇ ਵਿੱਚ ਇੱਕ ਸੈਮੀਨਾਰ ਹੋਣਾ, ਤੁਸੀਂ ਉੱਥੇ ਵੀ ਜਾਇਓ, ਅਸੀਂ ਪੇਡ ਕਰ ਦਿਆਂਗੇ। ਮਤਲਬ ਥੋੜੇ ਜਿਹੇ ਇਨਸੈਂਟਿਵ ਵੀ ਦਿੰਦੇ ਇਨਸੈਂਟਿਵ ਜੀ ਬਿਲਕੁਲ। ਹੁਣ ਇਸ ਡਾਕਟਰ ਉਹ ਮੈਡੀਕਲ ਸਾਇੰਸ ਦੇ ਪ੍ਰੋਫੈਸਰ ਨੇ ਇਹ ਗੱਲ ਕੀਤੀ ਕਿ ਤੁਹਾਨੂੰ ਹੈਰਾਨੀ ਦੀ ਗੱਲ ਹੈ ਵੀ ਡਾਕਟਰਾਂ ਨੂੰ ਖੁਦ ਨਹੀਂ ਪਤਾ ਵੀ ਸਾਈਡ ਇਫੈਕਟ ਕੀ ਹੈ ਇਹਦੇ, ਜਿਹੜੀ ਦਵਾਈ ਲਿਖ ਕੇ ਦਿੰਦੇ ਆ। ਤੇ ਜਦੋਂ ਤੁਹਾਨੂੰ ਦਵਾਈ ਲਿਖ ਕੇ ਦੇਤੀ ਸਾਈਡ ਇਫੈਕਟ ਹੋਣੇ ਆ, ਇੱਕ ਤਾਂ ਪਹਿਲੀ ਗੱਲ ਉਹਨੇ ਤੁਹਾਡੇ ਤੇ ਐਕਸਪੈਰੀਮੈਂਟ ਹੀ ਕੀਤਾ। ਮੋਸਟਲੀ ਜਿਹੜਾ ਡਾਕਟਰ ਆ ਉਹ ਸੁਣਦਾ ਨਹੀਂ ਉਹਨੇ। ਅੱਛਾ, ਦੂਜਾ ਕਈ ਵਾਰੀ ਉਹਨਾਂ ਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ, ਤੁਹਾਡੇ ਕੋਲ ਕੋਈ ਸ਼ਾਇਦ ਡਾਕਟਰ ਹੋਵੇ ਜਿਹੜਾ ਇਹ ਕਹਿ ਦੇਵੇ ਮੈਨੂੰ ਸਮਝ ਨਹੀਂ ਆਉਂਦੀ, ਰਾਈਟ। ਇਹ ਵੀ ਹੱਦ ਤੱਕ ਮਹਿਸੂਸ ਕਰਦਾ ਨਾ। ਹਾਂਜੀ। ਜਿਹੜਾ ਪ੍ਰੋਫੈਸ਼ਨਲ ਬੰਦਾ ਆ ਜਿਹਨੇ ਡਿਪਲੋਮਾ ਟੰਗਿਆ ਆ। ਹੁਣ ਮੇਰੇ ਕੋਲ ਇੱਥੇ ਇੱਕ ਵੈਬਸਾਈਟ ਆ, ਇਹਦੇ ਤੇ ਉਹਨਾਂ ਨੇ ਲਿਖਿਆ ਕਿ ਜਿਹੜੀ ਕੈਨੇਡਾ ਦੀ ਮੈਡੀਕਲ ਕੌਂਸਲ ਹੈ, ਜੇ ਤੁਸੀਂ ਉਹਦਾ ਡਿਪਲੋਮਾ ਲੈਣਾ ਆ, ਫੇਕ ਡਿਪਲੋਮਾ ਲੈਣਾ, ਉਹਨਾਂ ਨੇ ਨਾਲ ਇਹ ਵੀ ਲਿਖਿਆ ਹੈ ਫੇਕ ਡਿਪਲੋਮਾ ਲੈਣਾ। ਮਤਲਬ ਇਹ ਫੇਕ ਡਿਪਲੋਮੇ ਵਾਲੇ ਇੱਥੇ ਕਿੰਨੇ ਆ। 2017 ਦੇ ਵਿੱਚ CBC ਨੇ ਇੱਕ ਸੀਰੀਜ਼ ਪੇਸ਼ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 70,000 ਬੰਦੇ ਆ ਕੈਨੇਡਾ ਦੇ ਵਿੱਚ ਜਿਹੜੇ ਫੇਕ ਡਿਗਰੀ ਲੈ ਕੇ ਬੈਠੇ ਵੱਖ-ਵੱਖ ਫੀਲਡ ਦੇ ਵਿੱਚ। ਉਹਨਾਂ ਨੇ ਇਹ ਨਹੀਂ ਕਿਹਾ ਵੀ ਡਾਕਟਰ ਹੀ ਆ ਸਾਰੇ, ਹੋ ਸਕਦਾ ਡਾਕਟਰ ਵੀ ਹੋਣ, ਹੋ ਸਕਦਾ ਨਰਸਾਂ ਵੀ ਹੋਣ। ਹੁਣ ਨਰਸਾਂ ਤੁਹਾਨੂੰ ਹਸਪਤਾਲ ਦੇ ਵਿੱਚ ਦਿੰਦੀਆਂ ਦਵਾਈਆਂ ਜਿਹੜੀਆਂ ਫਾਰਮਾਸਿਸਟ ਉਹਨਾਂ ਨੂੰ ਦਿੰਦਾ, ਜਿਹਨੇ ਫੇਕ ਡਿਗਰੀ ਲਈ ਆ ਉਹਨੇ ਦੱਸੋ ਕਿੰਨਾ ਕੁ ਉਹਨੂੰ ਪਤਾ ਹੋਣਾ। ਅੱਛਾ, ਫੇਰ ਅਸੀਂ ਤਾਂ ਡਾਕਟਰ ਦੇ ਅਸੀਂ ਤਾਂ ਕੁਝ ਵੀ ਨਹੀਂ ਦੇਖਦੇ, ਅਸੀਂ ਤਾਂ ਇਹੀ ਦੇਖਦੇ ਡਾਕਟਰ ਮੋਹਰੇ ਲਿਖਿਆ ਡਾਕਟਰ ਫਲਾਣਾ। ਡਾਕਟਰ ਨੂੰ ਤਾਂ ਰੱਬ ਮੰਨਦਾ ਬੰਦਾ ਜਦੋਂ ਬਿਮਾਰ ਹੁੰਦਾ ਤਾਂ। ਜਿਹੜਾ ਰੱਬ ਆ, ਰੱਬ ਨੇ ਠੀਕ ਡਿਪਲੋਮਾ ਲਿਆ ਕਿ ਰੱਬ ਨੇ ਸੀ ਨਾਲ ਹੀ ਡਿਪਲੋਮਾ ਲਿਆ ਹੈ ਜੀ ਬਿਲਕੁਲ, ਹੈ ਨਾ। ਇਸ ਰੱਬ ਬਾਰੇ ਜਾਣਕਾਰੀ ਥੋੜੀ ਜਿਹੀ ਹਾਸਲ ਕਰਨੀ ਚਾਹੀਦੀ ਹੈ ਪਹਿਲਾਂ। ਜਿਹੜੇ ਵੀ ਡਾਕਟਰ ਕੋਲ ਜਾਓ, ਜਿਹੜੇ ਵੀ ਡਾਕਟਰ ਦੇ ਕੋਲ ਜਾਓ, ਜਾਣਕਾਰੀ ਪ੍ਰਾਪਤ ਕਰੋ ਤੇ ਉਹਨਾਂ ਦੀ ਕ੍ਰੈਡੈਂਸ਼ੀਅਲ ਚੈੱਕ ਕਰੋ ਜੀ। ਤੇ ਫਿਰ ਚਲੋ ਬਾਅਦ ਦੇ ਵਿੱਚ ਜਿਹੜਾ ਡਾਕਟਰ ਤੁਹਾਡੀ ਗੱਲ ਹੀ ਨਹੀਂ ਸੁਣਦਾ ਨਾ, ਉਹਦੇ ਤੋਂ ਲੈ ਕੇ ਦਵਾਈ ਖਾਣ ਦੀ ਕੋਈ ਲੋੜ ਨਹੀਂ, ਉਹਨੇ ਨੁਕਸਾਨ ਹੀ ਕਰਨਾ। ਜਿਹੜੇ ਬੰਦੇ ਨੇ ਤੁਹਾਨੂੰ ਸੁਣਿਆ ਆ, ਫਿਰ ਉਦੋਂ ਬਾਅਦ ਐਨਾਲਾਈਜ਼ ਕੀਤਾ, ਡਾਇਗਨੋਸਿਸ ਕੀਤਾ ਹੈ ਕਿ ਠੀਕ ਹੈ ਕਿ ਤੂੰ ਆਹ ਦਵਾਈ ਖਾ ਕੇ ਦੇਖ। ਉਹ ਵੀ ਇਦਾਂ ਹੀ ਕਹਿੰਦੇ ਆਹ ਦਵਾਈ ਖਾ ਕੇ ਦੇਖ, ਜੇ ਠੀਕ ਹੋ ਗਿਆ ਠੀਕ ਹੈ, ਨਹੀਂ ਤਾਂ ਚੇਂਜ ਕਰ ਦਾਂਗੇ। ਤੁਸੀਂ ਗਿਣੀ ਪੈ ਗਿਆ ਇੱਕ ਜੀ, ਜੇ ਤੇ ਉਹ ਐਕਸਪੈਰੀਮੈਂਟ ਕਰ ਰਹੇ ਜੀ। ਜਿਹੜਾ ਤਾਂ ਹੀ ਕਹਿੰਦੇ ਹੁੰਦੇ ਜਿਹੜਾ ਪੁਰਾਣਾ ਡਾਕਟਰ ਆ ਉਹਨੂੰ ਜ਼ਿਆਦਾ ਪਤਾ ਹੁੰਦਾ, ਕਿਉਂਕਿ ਉਹਦੇ ਐਕਸਪੀਰੀਅੰਸ ਹੈ ਉਹਦੇ ਕੋਲ ਜੀ। ਉਸ ਕਿਸੇ ਨੇ ਇੱਕ ਕਹਾਵਤ ਹੈ ਪੁਰਾਣੀ ਕਿ ਕੋਈ ਵੈਦ ਹਕੀਮ ਸੀਗਾ ਪੁਰਾਣਾ, ਬੜਾ ਉਹਦਾ ਨਾਮ ਸੀ ਪਿੰਡਾਂ ਦੇ ਵਿੱਚ। ਉਹ ਆਪਣੇ ਮੁੰਡੇ ਨੂੰ ਟ੍ਰੇਨਿੰਗ ਦੇ ਰਿਹਾ ਸੀ ਕਿ ਤੈਨੂੰ ਉਹਨੇ ਤਾਂ ਮਿਸਾਲ ਹੀ ਦਿੱਤੀ, ਉਦਾਂ ਹੀ ਗੱਲ ਕੀਤੀ ਕਿ ਤੈਨੂੰ 50-100 ਬੰਦਾ ਮਾਰੇ ਤੋਂ ਬਾਅਦ ਐਕਚੁਅਲੀ ਹਕੀਮੀ ਆਉਣੀ ਹੈ। ਉਹਦਾ ਮਤਲਬ ਸੀ ਵੀ ਇੰਨਾ ਤਜਰਬਾ ਹੁੰਦਾ। ਕਈ ਵਾਰੀ ਮਰੀਜ਼ ਠੀਕ ਵੀ ਨਹੀਂ ਹੁੰਦੇ, ਜ਼ਰੂਰੀ ਨਹੀਂ ਕਿ ਸਾਰੇ ਠੀਕ ਹੋ ਜਾਣ। 100 ਮਰਨ ਦਾ ਮਤਲਬ ਵੀ ਇੰਨੇ ਸਾਲ ਤੇਰਾ ਤਜਰਬਾ ਹੋ ਗਿਆ। ਮੁੰਡੇ ਨੇ ਦੂਜਾ ਲਿਟਰਲੀ ਲੈ ਲਿਆ ਵੀ ਖਰਿਆ 50 ਦੇ 100 ਮਾਰਤਾ ਬੰਦਾ ਤਾਂ ਫੇਰ ਛੇਤੀ ਉਹਦੇ ਤੋਂ ਬਾਅਦ ਫੇਰ ਮੈਂ ਹਕੀਮ ਬਣ ਜਾਣਾ। ਹਾਂਜੀ। ਤੇ ਉਹ ਜਾ ਕੇ ਦੂਜਾ ਦਿਨ ਹੋਇਆ ਤੇ ਕੋਠੇ ਤੇ ਚੜ ਗਿਆ ਤਾਂ ਉਹ ਫੇਰ ਥੱਲੇ ਉਤਰ ਆਇਆ, ਫੇਰ ਤਾਂ ਚੜ ਗਿਆ, ਫੇਰ ਥੱਲੇ ਉਤਰ ਆਇਆ। ਉਹਦਾ ਪਿਓ ਪੁੱਛਦਾ ਹੈ ਕਿ ਤੂੰ ਉੱਪਰ ਥੱਲੇ ਜਾਈ ਜਾਂਦਾ, ਕੀ ਗੱਲ ਹੈ? ਉਹ ਕਹਿੰਦਾ ਕੁਛ ਨਹੀਂ, ਮੈਂ ਦੇਖਣ ਜਾਂਦਾ ਸੀ, ਕੱਲ ਦਵਾਈ ਤਾਂ 5 ਬੰਦਿਆਂ ਨੂੰ ਦਿੱਤੀ ਤਾਂ ਅਰਥੀਆਂ 4 ਹੀ ਨਿਕਲੀਆਂ ਜੀ। ਉਹ ਲਿਟਰਲੀ ਕਰਨ ਲੱਗ ਪਿਆ ਕਿ ਚਲੋ 50 ਮਾਰਾਂ, ਪਹਿਲਾਂ ਮਾਰ ਦਵਾਂ ਤਾਂ ਫੇਰ ਮੈਂ ਸੱਚੀ ਹਕੀਮ ਬਣ ਜਾਊਗਾ। ਸੋ ਇਹ ਤਜਰਬੇ ਦੀ ਗੱਲ ਹੈ। ਕਈਆਂ ਦੇ ਕੋਲ ਤਜਰਬਾ ਹੈ, ਕਈਆਂ ਦੇ ਕੋਲ ਹੈ ਨਹੀਂਗਾ। ਹਾਂਜੀ। ਤੇ ਕਈਆਂ ਨੇ ਤਾਂ ਪੜ੍ਹਾਈ ਵੀ ਕਿਸ ਤਰੀਕੇ ਨਾਲ ਕੀਤੀ ਆ, ਉਸ ਤੋਂ ਬਾਅਦ ਕਿਸ ਤਰੀਕੇ ਨਾਲ ਤੁਸੀਂ ਰੈਜ਼ੀਡੈਂਸੀ ਕੀਤੀ ਆ, ਕੀ ਤੁਸੀਂ
ਸਟੱਡੀਜ਼ ਨੂੰ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ, ਕਿਉਂਕਿ ਇਹ ਤਾਂ ਫੈਕਲਟੀ ਆਫ ਮੈਡੀਸਨ ਦੇ ਜਿਹੜੇ ਪ੍ਰੋਫੈਸਰ ਆ ਉਹੀ ਸਟੱਡੀਜ਼ ਤਾਂ ਕਰਦੇ, ਹਾਂਜੀ ਡਾਕਟਰ ਤਾਂ ਸਟੱਡੀ ਨਹੀਂ ਕਰਦੇ। ਇਹ ਤਾਂ ਬੈਠੇ ਤਜਰਬਾ ਕਰ ਰਿਹਾ, ਚੱਲ ਆਹ ਖਾ ਕੇ ਦੇਖ ਲੈ। ਬੰਦਾ ਸੋਚਦਾ ਕਿ ਮੈਂ ਗਿਣੀ ਪੈ ਗਿਆ, ਮੈਂ ਚੱਕ ਕੇ ਗੋਲੀਆਂ ਖਾ ਲਵਾਂ। ਅਸੀਂ ਇਹ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ, ਮੈਡੀਕਲ ਡਾਕਟਰ ਤੇ ਠੀਕ ਹੈ ਅਸੀਂ ਜਾਣਦੇ ਹਾਂ, ਪਰ ਹਰ ਇੱਕ ਜਦੋਂ ਦਵਾਈ ਖਾਣ ਤੋਂ ਪਹਿਲਾਂ ਉਹਦੇ ਚ ਡਾਕਟਰ ਤੇ ਤੁਹਾਨੂੰ ਮੈਡੀਕਲ ਜਿਹੜੀ ਦਵਾਈ ਲਈ ਆ ਉਹਦੇ ਬਾਰੇ ਸਭ ਕੁਝ ਪੜ੍ਹਨ ਦੀ ਲੋੜ ਆ ਜੀ। ਸੀਰੀਅਸ ਵੈਸੇ ਕਾਫੀ ਜ਼ਿਆਦਾ ਇਹ ਜਿਹੜਾ ਹੈਗਾ ਇਸ਼ੂ ਆ। ਜਦੋਂ ਕੋਈ ਵੀ ਆਪਾਂ ਡਾਕਟਰ ਨੂੰ ਦੇਖਦੇ ਸਾਨੂੰ ਡਾਕਟਰ ਬਾਰੇ ਵੀ ਪਤਾ ਹੋਣਾ ਚਾਹੀਦਾ, ਪਰ ਜਿਹੜੀ ਮੈਡੀਸਨ ਮਿਲਦੀ ਆ ਉਹਦੇ ਬਾਰੇ ਅੱਜ ਕੱਲ ਤਾਂ ਆਪਾਂ ਸਾਰਾ ਕੁਝ ਇੰਟਰਨੈਟ ਤੇ ਵੀ ਦੇਖ ਸਕਦੇ ਆ। ਤੁਸੀਂ ਹਾਂ ਦੇਖ ਸਕਦੇ, ਤੁਸੀਂ ਇੱਕ ਤਾਂ ਡਾਕਟਰ ਨੂੰ ਪੁੱਛ ਲਓ ਜੀ ਕਿ ਇਹ ਦਵਾਈ ਕਿਹੜੀ ਲਿਖੀ ਆ, ਫਿਰ ਤੁਹਾਨੂੰ ਪਤਾ ਲੱਗ ਜਾਏ ਜੇ ਫਾਰਮਾਸਿਸਟ ਨੇ ਉਹੀ ਦਿੱਤੀ ਕਿ ਹੋਰ ਦੇਤੀ। ਆ ਵੀ ਬਿਲਕੁਲ ਤੁਹਾਡਾ ਪੁਆਇੰਟ ਸਹੀ ਆ ਕਿ ਡਾਕਟਰ ਤੋਂ ਪੁੱਛ ਕੇ ਜਾਣਾ ਚਾਹੀਦਾ, ਫਿਰ ਉੱਥੇ ਜਾ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਕਿ ਸਹੀ ਦਵਾਈ ਹੋਈ ਤੁਸੀਂ ਲੈ ਰਹੇ ਹੋ। ਫਿਰ ਤੁਸੀਂ ਉਹ ਦੇਖ ਲਓ ਵੀ ਇਹਨੇ ਇਹ ਸਹੀ ਲੈਵਲ ਲਾਇਆ ਕਿ ਹੋਰ ਹੀ ਦਵਾਈ ਚੱਕ ਕੇ ਫੜਾਤੀ ਮੈਨੂੰ। ਜੀ ਜੀ, ਇਹ ਸਭ ਸਾਡੀ ਜ਼ਿੰਮੇਵਾਰੀ ਆ ਵੈਸੇ ਜੀ, ਕਿਉਂਕਿ ਆਖਰਕਾਰ ਤਾਂ ਸਾਡੇ ਢਿੱਡ 'ਚ ਜਾਣੀ ਜੀ। ਸਾਡੀ ਸਿਹਤ ਦਾ ਹੀ ਸਵਾਲ ਆ, ਸਾਡੀ ਸਿਹਤ ਦਾ ਸਵਾਲ ਆ। ਜੇ ਉਹਦਾ ਸਾਈਡ ਇਫੈਕਟ ਹੋਣਾ ਸਾਡੇ ਤੇ ਹੋਣਾ, ਸਾਡੇ ਤੇ ਹੋਊਗਾ। ਜਦੋਂ ਮੌਤ ਹੋ ਜਾਂਦੀ ਕਿਸੇ ਦੀ, ਉਹ ਲਿਖ ਦਿੰਦੇ ਆ ਕਿ ਕੋਈ ਗੱਲ ਨਹੀਂ ਸਾਈਡ ਇਫੈਕਟ ਹੋਇਆ ਸੀ, ਮਤਲਬ ਸਾਈਡ ਇਫੈਕਟ ਹੋਇਆ ਸੀ, ਇੱਕ ਬੰਦੇ ਦੀ ਜਾਨ ਚਲੇ ਜਾਂਦੀ ਹੈ। ਕੌਣ ਜ਼ਿੰਮੇਵਾਰ ਹੈ? ਜ਼ਿੰਮੇਵਾਰ ਤਾਂ ਕੋਈ ਹੋਣਾ ਚਾਹੀਦਾ ਜੀ। ਇਹ ਬੜਾ ਸੌਖਾ ਤਰੀਕਾ ਹੈ ਇਹ ਕਹਿਣਾ ਕਿ ਸਾਈਡ ਇਫੈਕਟ ਹੋ ਗਿਆ ਸੀ, ਜਿਹਦਾ ਮਾਈਨਰ ਗੱਲ ਹੈ, ਪਰ ਮਾਈਨਰ ਗੱਲ ਹੈ ਨਹੀਂ ਵੈਸੇ। ਕਿਸੇ ਬੰਦੇ ਦੀ ਮੌਤ ਹੋ ਜਾਣੀ ਇਸ ਗੱਲ ਤੇ ਜੀ, ਇਹ ਛੋਟੀ ਮੋਟੀ ਗੱਲ ਨਹੀਂ ਜੀ। ਸੋ ਇਹਨਾਂ ਨੇ ਇਸ ਸਟੱਡੀ ਨੇ ਸਿਰਫ ਤੇ ਸਿਰਫ ਦੇਖੋ ਹੱਥਾਂ ਨਾਲ ਲਿਖਣ ਦੀ ਗੱਲ ਕੀਤੀ ਹੈ ਜੀ, ਕਿ ਜਿਹੜੀ ਪ੍ਰਿਸਕ੍ਰਿਪਸ਼ਨ ਤੁਸੀਂ ਲਿਖਦੇ ਆ ਉਹਨਾਂ ਨੇ ਕਹਿਤਾ ਕਿ ਕੈਪੀਟਲ ਲੈਟਰਸ ਲਿਖਣੀ ਚਾਹੀਦੀ ਹੈ। ਵੈਸੇ ਜੇ ਟਾਈਪ ਕਰਕੇ ਲਿਖਣ ਤਾਂ ਫਿਰ ਗਲਤੀ ਕਰਨਾ ਹੋਣ ਦਾ ਘੱਟ ਚਾਂਸ ਆ। ਹੁਣ ਇੱਕ ਸੋਲੂਸ਼ਨ ਇਹਨਾਂ ਨੇ ਲੱਭਿਆ, ਪਿੱਛੇ ਜਾਏ ਬਹੁਤ ਰਿਪੋਰਟਸ ਆਈਆਂ ਸੀ ਕਿ ਜੇ ਕਿਸੇ ਬੰਦੇ ਦੀ ਲੈਫਟ ਲੈਗ ਆ ਵੱਢਣੀ, ਉਹਨਾਂ ਨੇ ਕੋਈ ਆਪਰੇਸ਼ਨ ਕਰਨਾ, ਉਹਨਾਂ ਨੇ ਸੱਜੀ ਵੱਢ ਦਿੱਤੀ, ਖੱਬੀ ਬਾਂਹ ਵੱਢਣੀ ਸੀ, ਸੱਜੀ ਵੱਢ ਦਿੱਤੀ। ਅੱਛਾ, ਬੰਦਾ ਜਦੋਂ ਐਨਸਥੀਸੀਆ ਦੇ ਵਿੱਚ ਹੁੰਦਾ, ਸਾਰਾ ਜਿੱਦਾਂ ਬੋਡੀ ਤੁਸੀਂ ਇਦਾਂ ਸਮਝ ਲਓ ਜਿੱਦਾਂ ਮਰਿਆ ਪਿਆ ਬੰਦਾ, ਜਦੋਂ ਤੁਸੀਂ ਉੱਠਦੇ ਵੀ ਐਨਸਥੀਸੀਆ ਦੇ ਵਿੱਚੋਂ ਤੁਹਾਨੂੰ ਇਦਾਂ ਲੱਗਦਾ ਜਿੱਦਾਂ ਮੈਂ ਮਰਿਆ ਉੱਠਿਆ। ਤਾਂ ਉਸ ਬੰਦੇ ਦਾ ਭਾਵੇਂ ਸਾਰੀ ਬੋਡੀ ਵੱਢ ਦਿਓ, ਉਹਨੂੰ ਕੁਝ ਨਹੀਂ ਪਤਾ। ਉਹ ਬੰਦਾ ਉੱਠ ਕੇ ਬੰਦਾ ਦੇਖਦਾ ਦੁਬਾਰਾ ਕਿ ਦੁੱਖ ਦੀ ਕੈਂਸਰ ਤਾਂ ਮੇਰੀ ਕਹਿੰਦੇ ਸੀ ਖੱਬੀ ਲੱਤ ਨੂੰ, ਉਹ ਤਾਂ ਵੱਢਤੀ ਇਹਨਾਂ ਨੇ ਸੱਜੀ। ਹੁਣ ਇਹਨਾਂ ਨੇ ਤੁਸੀਂ ਜਾਓ ਹਸਪਤਾਲਾਂ ਦੇ ਵਿੱਚ, ਉਹ ਤੋਂ ਸਿੱਖਿਆ ਥੋੜਾ ਜਿਹਾ ਲੈਸਨ। ਜੇ ਖੱਬੀ ਅੱਖ ਦਾ ਆਪਰੇਸ਼ਨ ਕਰਦੇ ਨਾ, ਕੈਟਰੈਕਟ ਆਪਰੇਸ਼ਨ ਕੋਈ ਵੀ ਕਰਦੇ, ਕੋਈ ਕਿਸੇ ਵੀ, ਇਹ ਮੰਡੇ ਖੱਬੀ ਦਾ ਕਰਨਗੇ, ਟਿਊਜ਼ਡੇ ਸੱਜੀ ਦਾ ਕਰਨਗੇ। ਇਹਨਾਂ ਨੇ ਦਿਨ ਰੱਖੇ ਆ। ਹੁਣ ਇੱਕ ਦਿਨ ਦੇ ਵਿੱਚ ਜਿੱਦਾਂ ਇੱਕ ਦਿਨ ਰੱਖਿਆ ਹੋਣਾ ਵੀ ਖੱਬੀਆਂ ਬਾਹਾਂ ਵੱਢਣੀਆਂ, ਅੱਜ ਇੱਕ ਦਿਨ ਰੱਖਿਆ ਹੋਣਾ ਸੱਜੀਆਂ ਬਾਹਾਂ ਵੱਢਣੀਆਂ। ਉਹ ਡਰਿਆ ਕਿ ਅਸੀਂ ਮਿਸਟੇਕਸ ਕੀਤੀਆਂ ਜਿਹੜੀਆਂ ਪਿੱਛੇ, ਉਹ ਤੋਂ ਬਚਣ ਦਾ ਤਰੀਕਾ ਹੈ। ਸੋ ਇਹਦੇ ਵਿੱਚ ਜੇ ਹੁਣ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਜਿੰਨੀਆਂ ਮੌਤਾਂ ਹੁੰਦੀਆਂ ਲੋਕਾਂ ਦੀਆਂ, ਉਹ ਇੰਨੀਆਂ ਲੋਕੀ ਗੋਲੀਆਂ ਨਾਲ ਨਹੀਂ ਮਰਦੇ ਜਿੰਨੇ ਮੈਡੀਕਲ ਪ੍ਰੋਫੈਸ਼ਨਲ ਐਰਰਸ ਦੇ ਨਾਲ ਮਰਦੇ ਆ। ਵੈਸੇ ਇਹਨੂੰ ਐਰਰ ਕਹਿੰਦੇ ਆ, ਉਹ ਗੋਲੀ ਮਾਰ ਕੇ ਉਹਨਾਂ ਨੂੰ ਜੇਲ੍ਹ 'ਚ ਦਿੰਦੇ ਬਾਅਦ ਦੇ ਵਿੱਚ। ਜੀ, ਵੈਸੇ ਬਿਲਕੁਲ ਸਹੀ ਆ। ਜਿਹੜੀ ਸਟੱਡੀ ਹੈਗੀ ਆ, ਇਹਨੇ ਤਾਂ ਸਾਰਾ ਕੁਝ ਦੁੱਧ ਦਾ ਦੁੱਧ ਜਿਵੇਂ ਪਾਣੀ ਦਾ ਪਾਣੀ ਕੀਤਾ। ਹੁਣ ਇਹ ਤੋਂ ਲਰਨ ਕਰਨ ਦੀ ਜ਼ਰੂਰਤ ਹੈਗੀ ਆ ਸਾਨੂੰ। ਐਗਜ਼ੈਕਟਲੀ। ਤੇ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤੁਹਾਡੇ ਸਭ ਦੇ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਕੱਲ ਨੂੰ ਠੀਕ 7 ਵਜੇ। ਯਾਦ ਦੇ ਨਾਲ ਤੁਸੀਂ ਟਿਊਨ ਇਨ ਜ਼ਰੂਰ ਕਰ ਲੈਣਾ 11:10 AM ਨੂੰ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।